ਦੁਨੀਆ ਨੂੰ ਜਾਣੋ ਪੰਜਾਬ ਮੇਲ USA ਚੈਨਲ ਦੇ ਨਾਲ। ਸੰਸਾਰ ਭਰ ਦੀਆਂ ਖਬਰਾਂ ਜਾਣਨ ਲਈ, ਖਬਰਾਂ ਦੀ ਡੂੰਘਾਈ ਤੱਕ ਪਹੁੰਚਣ ਲਈ ਰੋਜ਼ ਵੇਖੋ ਪੰਜਾਬ ਮੇਲ ਅਖਬਾਰਨਾਮਾ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਮੋਹਿਤ ਰੂਬਲ। ਮੈਂ ਜਤਿੰਦਰ ਸਿੰਘ ਖਹਿਰਾ ਤੇ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਇੱਕ ਵਾਰ ਫੇਰ ਸਾਡੇ ਪ੍ਰੋਗਰਾਮ ਦੇ ਵਿੱਚ, ਜਿਸ ਦਾ ਨਾਮ ਹੈ ਜੀ ਅਖਬਾਰਨਾਮਾ। ਵੱਖਰੀਆਂ ਅਖਬਾਰਾਂ ਦੀਆਂ ਸੁਰਖੀਆਂ ਦੇ ਉੱਤੇ ਅਸੀਂ ਕਰਦੇ ਹਾਂ ਗੱਲਬਾਤ ਜੀ। ਸੋ ਸ਼ੁਰੂਆਤ ਦੇ ਵਿੱਚ ਮੈਂ ਕੁਝ ਇਹ ਲਾਈਨ ਗਾਣਾ ਚਾਹੁੰਦਾ ਵਾ ਕਿ ਕੁਛ ਯਾਦ ਉन्हें भी कर लो, ਕੁਛ ਯਾਦ उन्हें भी कर लो ਜੋ ਲੌਟ ਕੇ ਘਰ ਨਾ ਆਏ। ਇਹ ਲਾਈਨਾਂ ਨੇ ਲਤਾ ਮੰਗੇਸ਼ਕਰ ਦੇ ਗਾਣੇ ਦੀਆਂ, ਜਿਹੜਾ ਗਾਣੇ ਦਾ ਨਾਮ ਹੈ ਜੀ ਇਹ ਮੇਰੇ ਵਤਨ ਕੇ ਲੋਗੋ ਜ਼ਰਾ ਆਂਖ ਮੇ ਭਰ ਲੋ ਪਾਣੀ। ਤੇ ਅਕਸਰ ਆਪਾਂ ਜਦੋਂ ਗਾਣਾ ਗਣਗਣਾਉਂਦੇ ਆ, ਸੁਣਦੇ ਆ, ਤਾਂ ਹਮੇਸ਼ਾ ਸਾਨੂੰ ਸਾਡੇ ਜਿਹੜੇ ਫੌਜੀ ਨੇ ਜਿਹੜੇ ਸ਼ਹੀਦ ਹੋ ਗਏ ਨੇ, ਜਾਂ ਕ੍ਰਾਂਤੀਕਾਰੀ ਨੇ ਜਿਹੜੇ ਸ਼ਹੀਦ ਹੋ ਗਏ ਨੇ ਆਜ਼ਾਦੀ ਦੇ ਲਈ, ਜਾਂ ਉਸ ਤੋਂ ਬਾਅਦ ਦੀਆਂ ਜੰਗਾਂ ਦੇ ਵਿੱਚ, ਤਾਂ ਅਸੀਂ ਬੜੇ ਇਮੋਸ਼ਨਲ ਹੋ ਜਾਂਦੇ ਆ ਜੀ। ਪਰ ਸਾਡਾ ਮੁਲਕ, ਜਿਵੇਂ ਸਾਡਾ ਜਿਹੜਾ ਟੈਗ ਹੈ, ਸਾਡਾ ਜਿਹੜਾ ਇੱਕ ਮੈਂ ਕਹਿੰਦਾ ਇੱਕ ਲੋਗੋ ਕਹਿ ਸਕਦੇ ਹਾਂ, ਹੈ ਨਾ, ਕਿ ਜੈ ਜਵਾਨ ਜੈ ਕਿਸਾਨ, ਉਹਦੇ ਵਿੱਚ ਕਿਸਾਨ ਵੀ ਆਉਂਦਾ। ਐਂਡ ਫਿਲਹਾਲ ਮੌਜੂਦਾ ਘੜੀ ਦੀ ਗੱਲ ਕਰੀਏ ਤਾਂ ਕਿਸਾਨ ਮਰ ਰਹੇ ਨੇ। ਅੱਜ ਕਿਸਾਨੀ ਸੰਘਰਸ਼ ਦਾ ਦਿੱਲੀ ਵਿੱਚ 23ਵਾਂ ਦਿਨ ਨੇ ਤੇ 22 ਦਿਨ ਗੁਜ਼ਰ ਚੁੱਕੇ ਨੇ ਤੇ ਸਾਡੇ 22 ਕਿਸਾਨ ਜਿਹੜੇ ਨੇ ਉਹ ਸ਼ਹੀਦ ਹੋ ਚੁੱਕੇ ਨੇ। ਸੋ ਉਹਨਾਂ ਦੇ ਖਾਤਰ ਸਹੀ ਭਾਵੇਂ ਸਾਨੂੰ ਬਾਕੀ ਲੋਕਾਂ ਨੂੰ ਉਹਨਾਂ ਦੇ ਨਾਲ ਮੋਢਾ ਲਾ ਕੇ ਖੜਨਾ ਚਾਹੀਦਾ ਤੇ ਕੇਂਦਰ ਤੋਂ ਸਵਾਲ ਕਰਨੇ ਚਾਹੀਦੇ ਨੇ ਕਿ ਆਖਿਰ ਕਦ ਤੱਕ ਕਿੰਨੀਆਂ ਹੋਰ ਜਾਨਾਂ ਤੁਹਾਨੂੰ ਚਾਹੀਦੀਆਂ ਨੇ। ਮੋਹਿਤ ਜੀ, ਪਹਿਲਾਂ ਤਾਂ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਆ ਔਰ ਇੱਦਾਂ ਲੱਗ ਰਿਹਾ ਕਿ ਵਾਕਈ ਉਹ ਯਾਦ ਕਰਨਾ ਸਾਰੇ ਭੁੱਲ ਗਏ ਨੇ ਕਿ ਇੱਕ ਜੈ ਜਵਾਨ ਜੈ ਕਿਸਾਨ ਵੀ ਹੁੰਦਾ ਹੈ। ਅੱਜ ਉਹ ਇੱਕ ਤਰੀਕੇ ਦੇ ਨਾਲ ਫੌਜੀ ਨੇ ਜਿਹੜੇ ਬਾਰਡਰਾਂ ਦੇ ਉੱਤੇ ਡਟੇ ਨੇ। ਉਹ ਗੱਲ ਵੱਖਰੀ ਕਿ ਇਹ ਦਿੱਲੀ ਵਾਲਾ ਬਾਰਡਰ ਹੈ। ਜਦੋਂ ਕੋਈ ਹੱਕ ਲਈ ਆਪਣੇ ਲਈ ਖੜਦਾ ਹੈ, ਉਹ ਹੁੰਦਾ ਤਾਂ ਇਨਕਲਾਬੀ ਹੈ, ਜਾਂ ਕਹਿ ਲਓ ਕਿ ਉਹ ਫੌਜੀ ਤਾਂ ਬਣ ਜਾਂਦਾ ਹੈ ਜਦੋਂ ਆਪਣੇ ਹੱਕ ਲਈ ਲੜਨ ਗਿਆ ਹੁੰਦਾ ਜੀ। ਆਪਾਂ 23ਵੇਂ ਦਿਨ ਦੀ ਗੱਲ ਕਰਦੇ ਹਾਂ ਔਰ ਸਾਡੇ ਲਈ ਐਡੀ ਮੰਦਭਾਗੀ ਘਟਨਾ ਜਿਹੜੀਆਂ, ਚਾਹੇ ਅਸੀਂ ਕਹਿ ਲਈਏ ਕਿ ਇਹ ਘਟਨਾਵਾਂ ਜਿਹੜੀਆਂ ਨੇ ਕਿਸੇ ਵੀ ਤਰੀਕੇ ਨਾਲ ਹੋਈਆਂ ਹੋਣ, ਪਰ ਉਹਨਾਂ ਨੇ ਮੁੜ ਕੇ ਨਹੀਂ ਆਉਣਾ। ਉਹਨਾਂ ਦੇ ਜੇ ਉਹ ਕਿਸੇ ਦਾ ਪਿਓ ਸੀ ਤੇ ਉਹਦੇ ਨਾਲ ਉਹ ਕਈ ਹੋਰ ਰਿਸ਼ਤੇ ਜੁੜੇ ਸੀ। ਜੇ ਕਿਸੇ ਦਾ ਛੋਟਾ ਬੱਚਾ ਹੈ, ਚਾਹੇ ਅਸੀਂ 16 ਸਾਲਾ ਬੱਚੇ ਦੀ ਗੱਲ ਕਰਦੇ ਸੀਗੇ, ਤੇ ਉਹਦੇ ਨਾਲ ਕਈ ਭੈਣ ਭਾਈ ਤੇ ਕਈ ਮਾਂ ਬਾਪ ਦੇ ਜਿਹੜੇ ਆ ਇਮੋਸ਼ਨ ਜੁੜੇ ਨੇ। ਇੱਦਾਂ ਆਪਾਂ ਗੱਲ ਕਰ ਲਈਏ ਕਿਸੇ ਹੋਰ ਦੀ ਤੇ ਕੱਲ। ਸੋ ਕਿਤੇ ਨਾ ਕਿਤੇ ਗੱਲ ਇਹ ਹੈ ਕਿ ਜਿਹੜਾ ਮੋਦੀ ਸਾਹਿਬ ਜਿਹੜੇ ਹਰ ਵਾਰੀ ਸਕ੍ਰਿਪਟ ਲੈ ਕੇ ਆਉਂਦੇ ਨੇ, ਕਹਿੰਦੇ ਨੇ ਕਿ ਮੈਂ ਦਿਲ ਤੱਕ ਪਹੁੰਚਦਾ ਹਾਂ, ਮਨ ਕੀ ਬਾਤ ਕਰਦਾ ਹਾਂ। ਤੁਸੀਂ ਆਪਦੀਆਂ ਮਨ ਕੀ ਬਾਤਾਂ ਤਾਂ ਗਾਈ ਜਾਂਦੇ ਹੋ, ਪਰ ਕਿਸੇ ਦੀ ਹੋਰ ਦੀ ਮਨ ਕੀ ਬਾਤ ਸ਼ਾਇਦ ਤੁਹਾਡੇ ਕੋਲੇ ਸੁਣਨ ਲਈ ਟਾਈਮ ਵੀ ਨਹੀਂ ਹੈਗਾ ਜੀ। ਸੋ ਕਿਤੇ ਨਾ ਕਿਤੇ ਇਹ ਬਹੁਤ ਮੰਦਭਾਗਾ ਹੈ ਲੋਕਤੰਤਰ ਦੇ ਲਈ ਔਰ BJP ਸਰਕਾਰ ਦੇ ਲਈ ਵੀ ਕਿ ਲਗਾਤਾਰ ਐਡੀ ਠੰਡ ਦੇ ਵਿੱਚ ਤੁਸੀਂ ਤਸ਼ੱਦਦ ਢਾ ਰਹੇ ਹੋ। ਇਹ ਤਸ਼ੱਦਦ ਢਾਉਣਾ ਹੀ ਹੁੰਦਾ ਹੈ ਕਿ ਦੇਖੋ, ਘਰਾਂ ਤੋਂ ਬਾਹਰ ਨਿਕਲ ਕੇ ਐਡੀ ਠੰਡ ਦੇ ਵਿੱਚ ਬੈਠਣਾ ਸੌਖੀ ਗੱਲ ਨਹੀਂ ਹੈਗੀ। ਔਰ ਉਸ ਤੋਂ ਬਾਅਦ ਤੁਸੀਂ ਇਹ ਕਹਿੰਦੇ ਹੋ ਕਿ ਅਸੀਂ ਲਗਾਤਾਰ ਗੱਲਬਾਤ ਕਰ ਰਹੇ ਹਾਂ। ਜੇ ਉਸ ਗੱਲਬਾਤ ਦਾ ਕੋਈ ਫਾਇਦਾ ਨਹੀਂ ਹੁੰਦਾ ਜਦੋਂ ਤੁਸੀਂ ਤੁਹਾਡੀ ਗੱਲਬਾਤ ਦੇ ਨਾਲ ਕੋਈ ਸਿੱਟਾ ਨਾ ਨਿਕਲੇ। ਸੋ ਇੱਥੇ ਉਹ ਗੱਲਬਾਤ ਹੈ ਕਿ ਇਹਦੇ ਨਾਲ ਕੋਈ ਸਿੱਟਾ ਨਹੀਂ ਨਿਕਲਣ ਡਿਆ ਔਰ ਕਿਤੇ ਨਾ ਕਿਤੇ ਇਹ ਲੱਗ ਰਿਹਾ ਹੈ ਕਿ ਸ਼ਾਇਦ ਇੱਦਾਂ ਦੀਆਂ ਗੱਲਾਂ ਬਾਤਾਂ ਸ਼ਾਇਦ ਤੁਸੀਂ ਮਹੀਨਾ ਚਲਾ ਲਓ, 2 ਮਹੀਨੇ ਚਲਾ ਲਓ, ਸਿੱਟਾ ਫਿਰ ਵੀ ਨਹੀਂ ਆਉਣਾ ਜੀ। ਖੈਰ ਸਾਹਿਬ, ਜੇਕਰ ਗੱਲ ਕਰੀਏ ਤਾਂ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪਿਛਲੇ 47 ਸਾਲਾਂ 'ਚ ਪਹਿਲੀ ਵਾਰ ਇੱਦਾਂ ਹੋਇਆ ਕਿ ਜਿਹੜੀ ਠੰਡ 80 ਦਸੰਬਰ ਦੇ ਵਿੱਚ ਜਿਹੜੀ ਮਹਿਸੂਸ ਕਰ ਰਹੇ ਹਾਂ ਜਾਂ ਹੰਢਾ ਰਹੇ ਹਾਂ ਜਾਂ ਬਰਦਾਸ਼ਤ ਕਰ ਰਹੇ ਹਾਂ, ਉਹ 47 ਸਾਲ ਪਹਿਲਾਂ ਕਿਤੇ ਇੰਨੀ ਪਈ ਸੀਗੀ। ਪਰ ਇਸ ਵਾਰ ਦਸੰਬਰ ਦੇ ਦੂਸਰੇ ਤੀਸਰੇ ਹਫ਼ਤੇ ਵਿੱਚ ਜਿਹੜਾ ਟੈਂਪਰੇਚਰ ਹੈ ਉਹ 2-3 ਡਿਗਰੀ ਟੈਂਪਰੇਚਰ ਪਹੁੰਚ ਗਿਆ। ਯਾਨੀ ਕਿ ਇੰਨੀ ਠੰਡ ਤੇ ਉਤੋਂ ਖੁੱਲੇ ਆਸਮਾਨ ਵਿੱਚ ਰਹਿਣਾ, ਉਤੋਂ ਹਲਕੀ ਹਲਕੀ ਬਾਰਿਸ਼ ਵੀ ਹੋ ਜਾਂਦੀ ਹੈ, ਕੋਹਰਾ ਵੀ ਵਰਦਾ, ਹੋਰ ਵੀ ਕਾਫੀ ਸਾਰੇ ਫੈਕਟਰ ਨੇ। ਇੰਨੀ ਠੰਡ ਦੇ ਵਿੱਚ ਜਿਹੜੇ ਸਾਡੇ ਕਿਸਾਨ, ਲੱਖਾਂ ਕਿਸਾਨ ਜਿਹੜੇ ਉੱਥੇ ਬੈਠੇ ਨੇ, ਆਪਣੇ ਹੱਕ ਦੀ ਲੜਾਈ ਦੇ ਲਈ ਬੈਠੇ ਨੇ, ਆਪਣੇ ਸੱਚ ਲਈ ਬੈਠੇ ਨੇ। ਤਾਂ ਜਿਹੜੀ ਕੇਂਦਰ ਸਰਕਾਰ ਹੈ ਉਹ ਬਾਰ-ਬਾਰ ਇੱਕੋ ਹੀ ਗੁਣ ਗਾਈ ਜਾਂਦੀ ਹੈ ਕਿ ਹਾਂ ਵੀ ਜਿਹੜੇ ਬਿੱਲ ਅਸੀਂ ਲਿਆਤੇ ਨੇ ਚੰਗੇ ਨੇ, ਉਹਨਾਂ 'ਚ ਆਪਾਂ ਸੋਧਾਂ ਕਰ ਲੈਂਦੇ ਹਾਂ, ਐਡਜਸਟਮੈਂਟ ਕਰ ਲੈਂਦੇ ਹਾਂ, ਸਲਾਹ ਕਰ ਲੈਂਦੇ ਹਾਂ, ਪਰ ਉਹਨਾਂ ਦੀ ਜਿਹੜੀ ਗੱਲ ਹੈ ਉਹ ਮੰਨਦੀ ਨਹੀਂ ਪਈ। ਜੇਕਰ ਗੱਲ ਕਰੀਏ ਹੁਣ, ਕੱਲ੍ਹ ਸਾਡੇ ਜਿਹੜੇ ਖੇਤੀਬਾੜੀ ਮੰਤਰੀ ਨੇ ਨਰਿੰਦਰ ਸਿੰਘ ਤੋਮਰ, ਉਹਨਾਂ ਨੇ ਕਿਸਾਨਾਂ ਨੂੰ ਇੱਕ ਬੜਾ ਵੱਡਾ ਪੱਤਰ ਲਿਖਿਆ ਜੀ, 8 ਪੇਜਾਂ ਦਾ, ਜਿਨ੍ਹਾਂ ਵਿੱਚ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਹਾਂ ਵੀ ਸਾਡੇ ਬਿੱਲ ਜੀ ਆਹ ਚੰਗੇ ਨੇ, ਤੁਹਾਨੂੰ ਗੁੰਮਰਾਹ ਕੀਤਾ ਜਾ ਰਿਹਾ, ਤੁਸੀਂ ਇੱਦਾਂ ਕਰੋ, ਤੁਸੀਂ ਉੱਦਾਂ ਕਰੋ, ਤੁਹਾਨੂੰ ਬੈਨੀਫਿਟ ਹੋਏਗਾ, ਇਹ ਹੋਏਗਾ। ਮਤਲਬ ਸੇਮ ਗਾਣਾ ਜਿਹੜਾ ਹੈ ਨਾ, ਉਹਨਾਂ ਨੇ ਰਿਪੀਟ ਤੇ ਲਾਇਆ ਹੋਇਆ ਵਾ। ਨਾ ਗਾਣੇ ਨੂੰ ਅੱਗੇ ਕਰਦੇ ਪਏ ਆ, ਨਾ ਪਿੱਛੇ ਕਰਦੇ ਪਏ ਆ, ਬਸ ਜਿਹੜਾ ਚੰਗ ਚੱਲਦਾ ਪਿਆ ਨਾ ਜੀ, ਠੀਕ ਹੈ ਠੀਕ ਹੈ ਠੀਕ ਹੈ, ਉਹੀ ਚਲਾਈ ਜਾਂਦੇ ਆ। ਤੇ ਕੋਈ ਚੱਜ ਦੀ ਗੱਲ, ਕੋਈ ਵਧੀਆ ਗੱਲ ਜਿਹੜੀ ਹੈ ਕਿਸਾਨਾਂ ਦੇ ਹੱਕ 'ਚ ਜਿਹੜੀ ਆਉਣੀ ਚਾਹੀਦੀ ਹੈ, ਉਹ ਨਹੀਂ ਆ ਰਹੀ। ਕੱਲ੍ਹ ਜਦੋਂ ਆਪਾਂ ਗੱਲ ਕਰਕੇ ਛੱਡ ਕੇ ਗਏ ਸੀਗੇ ਤੇ ਸਾਨੂੰ ਲੱਗਦਾ ਸੀ ਕਿ ਇਸ ਵਾਰ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਿਹੜਾ ਹੈ ਵਿੱਚ ਪੈ ਗਿਆ, ਇਸ ਕਰਕੇ ਗੱਲ ਜਿਹੜੀ ਹੈ ਕਿਤੇ ਨਾ ਕਿਤੇ ਬਣ ਚੁੱਕੀ। ਉਸ ਤੋਂ ਬਾਅਦ ਆਪਾਂ ਦੇਖਿਆ ਕਿ ਸ਼ਾਮੀ ਜਿਹੜੀ ਹੈ ਇੱਕ ਇਹਨਾਂ ਦੀ ਮੀਟਿੰਗ ਵੀ ਹੋਈ ਹੈ, ਪਰ ਸਾਨੂੰ ਲੱਗਿਆ ਕਿ ਉਹਨਾਂ ਦੇ ਵਿੱਚ ਕੁਝ ਨਹੀਂ ਨਿਕਲਿਆ।
ਹੁਣ ਆਹ ਕਹਿ ਲਓ ਕਿ ਜਿਹੜੇ ਇੱਕ ਸੋਸ਼ਲ ਸਾਈਟਸ ਦੇ ਉੱਤੇ ਜਿਹੜਾ ਇਹਨਾਂ ਨੇ ਪੇਜਿਸ ਸ਼ੇਅਰ ਕੀਤੇ ਨੇ, ਉਹ ਜਦੋਂ ਤੁਸੀਂ ਕਹਿ ਰਹੇ ਹੋ, ਤੇ ਉਹਨਾਂ ਦੇ ਵਿੱਚ ਵੀ ਉਹਨਾਂ ਨੇ ਖਾਸਾ ਕੁਝ ਨਹੀਂ ਦੱਸਿਆ। ਉਹ ਬਾਰ-ਬਾਰ ਇਹ ਕਹਿਣ ਡੇ ਕਿ ਜਿਹੜਾ MSP ਹੈ ਉਹਨੂੰ ਤਾਂ ਅਸੀਂ ਕੁਝ ਕਿਹਾ ਹੀ ਨਹੀਂ ਹੈ, ਅਸੀਂ ਉਹਦਾ ਲਿਖਤੀ ਅਸ਼ੋਰੈਂਸ ਦਿੰਦੇ ਹਾਂ। ਦੂਸਰੇ ਬੰਨੇ ਉਹ ਕਹਿੰਦੇ ਕਿ ਕੰਟਰੈਕਟ ਦੇ ਵਿੱਚ ਤੁਹਾਡੀ ਖੇਤ ਨੂੰ ਤਾਂ ਕੁਝ ਹੋਏਗਾ ਨਹੀਂ, ਤੁਹਾਡੀ ਜ਼ਮੀਨ ਨੂੰ ਕੁਝ ਨਹੀਂ ਹੋਏਗਾ, ਅਸੀਂ ਫਸਲ ਦਾ ਕੰਟਰੈਕਟ ਕਰ ਰਹੇ ਹਾਂ, ਜੇ ਨਹੀਂ ਕੁਆਲਿਟੀ ਬਣਦੀ ਤਾਂ ਤੁਹਾਡੀ ਗੱਲ ਖਤਮ ਹੋ ਜਾਏਗੀ। ਦੇਖੋ ਬਹੁਤ ਸਹੀ ਗੱਲ ਆ। ਹਾਂ, ਜਦੋਂ ਅਸੀਂ ਕੰਟਰੈਕਟ ਪੜ੍ਹਿਆ ਸੀਗਾ, ਜਦੋਂ ਅਸੀਂ ਗੱਲ ਕੀਤੀ ਸੀ ਕੰਟਰੈਕਟ ਬਾਰੇ, ਤਾਂ ਗੱਲ ਇੱਦਾਂ ਹੀ ਸੀਗੀ ਕਿ ਉੱਥੇ ਜ਼ਮੀਨ ਕੁਰਕੀ ਕਰਨ ਦਾ ਕੋਈ ਜਿਹੜਾ ਸੀਗਾ ਕੋਈ ਉਹਦੇ ਵਿੱਚ ਆਪਾਂ ਕਹਿ ਲਈਏ ਕਿ ਇੰਸਟਰਕਸ਼ਨ ਨਹੀਂ ਸੀਗੀਆਂ। ਪਰ ਜਦੋਂ ਆਪਾਂ ਡਿਟੇਲ ਦੇ ਵਿੱਚ ਜਾਣਦੇ ਹਾਂ, ਦੇਖੋ ਤੁਹਾਡੀ ਕੁਆਲਿਟੀ ਨਹੀਂ ਬਣੀ, ਤੁਸੀਂ ਹੁਣ ਇੱਕ ਚੀਜ਼ ਦੇ ਲਈ ਤੁਹਾਨੂੰ ਦੇਖੋ ਬੀਜ ਵੀ ਚਾਹੀਦਾ ਹੈ, ਤੁਹਾਨੂੰ ਬਹੁਤ ਸਾਰੀਆਂ ਹੋਰ ਜਿਹੜੀਆਂ ਦਵਾਈਆਂ ਨੇ ਉਹ ਵੀ ਚਾਹੀਦੀਆਂ ਨੇ, ਖਾਦਾਂ ਵੀ ਚਾਹੀਦੀਆਂ ਨੇ, ਚਲੋ ਤੁਹਾਡਾ ਇੱਕ ਕੰਟਰੈਕਟ ਹੋ ਜਾਂਦਾ ਹੈ। ਪਰ ਇਹ ਕਾਰਪੋਰੇਟ ਇੰਨੇ ਸਿਆਣੇ ਹੁੰਦੇ ਨੇ, ਇਹਨਾਂ ਦੇ ਵਕੀਲ ਜਿਹੜੇ ਨੇ ਐਡੇ ਤਕੜੇ ਹੁੰਦੇ ਨੇ ਕਿ ਕੱਲ੍ਹ ਨੂੰ ਤੁਹਾਡੇ ਕੋਲ ਕੰਟਰੈਕਟ ਦੇ ਵਿੱਚ ਜਿਹੜਾ ਹੈ ਘਾਟਾ ਵਾਧਾ ਹੋ ਗਿਆ ਨਾ, ਤੇ ਤੁਹਾਡੀ ਗੱਲ ਜ਼ਮੀਨ ਦੇ ਉੱਤੇ ਆ ਜਾਣੀ ਆ। ਉਹ ਗੱਲ ਇਹ ਹੈ ਕਿ ਕੰਨ ਤੁਸੀਂ ਇੱਧਰਲੇ ਬੰਨੋਂ ਫੜ ਲਓ ਜਾਂ ਤੁਸੀਂ ਉਧਰਲੇ ਬੰਨੋਂ ਫੜ ਲਓ, ਤੁਹਾਨੂੰ ਫੜਨਾ ਤਾਂ ਕਰਨਾ ਹੀ ਪੈਣਾ। ਕਈ ਵਾਰ ਇਹ ਹੁੰਦਾ ਨਾ ਕਿ ਤੁਸੀਂ ਐਡਾ ਦੱਬ ਜਾਂਦੇ ਹੋ। ਹੁਣ ਇੱਥੇ ਦੇਖੋ ਸੰਗਰੂਰ ਜ਼ਿਲ੍ਹੇ 'ਚ ਜਾਈਏ ਤਾਂ ਐਡਿਆਂ ਦੇ ਵੀ ਕਿਸਾਨ ਵੀ ਨੇ ਜਿਹੜੇ 30-30,000 40,000 ਦੇ ਪਿੱਛੇ ਆਤਮ ਹੱਤਿਆ ਕਰ ਗਏ ਨੇ, ਹੈ ਨਾ। ਤੇ ਉਹ ਇਹ ਹੁਣ ਕੋਈ ਨੀਰਵ ਮੋਦੀ ਵਰਗੇ ਤਾਂ ਨਹੀਂ ਹੈ ਜਿਨ੍ਹਾਂ ਦੇ ਕਰੋੜਾਂ ਦੇ ਘਪਲੇ ਹੁਣ, ਤਦ ਵੀ ਉਹ ਜਾ ਕੇ ਕਿਸੇ ਵਿਦੇਸ਼ ਦੇ ਵਿੱਚ ਫਸ ਜਾਣ, ਹੈ ਨਾ। ਜਾਂ ਫਿਰ ਵਿਜੇ ਮਾਲਿਆ ਦਾ ਕੋਈ ਹੈ ਨਹੀਂ ਇੱਥੇ ਕਿ ਜਿਹਨੂੰ ਸਭ ਕੁਝ ਪਤਾ ਹੁੰਦਾ, ਸਰਕਾਰਾਂ ਨਾਲ ਰਲੀ ਹੁੰਦੀ ਆ, ਅਗਲਾ ਐਸ਼ੋ ਆਰਾਮ ਦੀ ਜ਼ਿੰਦਗੀ ਜਿਉਂਦਾ। ਹੁਣ ਤੁਸੀਂ ਦੇਖੋ ਵਿਜੇ ਮਾਲਿਆ ਉੱਥੇ UK ਦੇ ਉਹਨਾਂ ਘਰਾਂ ਦੇ ਵਿੱਚ ਰਹਿੰਦਾ ਜਿਹੜੇ ਅਲੀਸ਼ਾਨ ਘਰ ਨੇ, ਜਿਨ੍ਹਾਂ ਦੇ ਵਿੱਚ ਜਿਹੜੇ ਐਕਟਰ ਰਹਿੰਦੇ ਨੇ, ਪੋਲੀਟੀਸ਼ੀਅਨ ਰਹਿੰਦੇ ਨੇ, ਤੇ ਇਹ ਕਹਿੰਦੇ ਜੀ ਸਾਡੇ ਤੋਂ ਉਹ ਫੜਿਆ ਨਹੀਂ ਜਾਂਦਾ। ਅਗਲਾ ਸ਼ਰੇਆਮ ਹਿੱਕ ਠੋਕ ਕੇ ਜਿਹੜਾ ਹੈ ਉੱਥੇ ਮੈਚ ਵੇਖਣ ਆਉਂਦਾ ਆ, ਉਦੋਂ ਤੁਹਾਡੇ ਕੋਲੇ ਉਹ ਫੜਿਆ ਨਹੀਂ ਜਾਂਦਾ। ਫਿਰ ਤੁਸੀਂ ਧੜਵੰਜ ਕਿਹਨੂੰ ਕਰ ਕਰਕੇ ਦਿਖਾ ਰਹੇ ਹੋ? ਇਹ ਸਮਝਦੇ ਆ ਕਿ ਭੋਲੀ ਭਾਲੀ ਜਨਤਾ ਆ, ਹਰ ਵਾਰੀ ਅਸੀਂ ਉਹਨੂੰ ਖੋਹ ਲਾਂਗੇ, ਹਰ ਵਾਰੀ ਅਸੀਂ ਜਿਹੜਾ ਹੈ ਮੁੱਦਾ ਭਟਕਾ ਲਾਂਗੇ। ਪਰ ਇੱਥੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਅੜ ਗਏ ਨੇ। ਹੁਣ ਤੁਸੀਂ ਦੇਖ ਲਓ ਸਰਕਾਰ ਦੇ ਪੈਰ ਜਿਹੜੇ ਨੇ ਉਹ ਲੱਗਣ ਨਹੀਂ ਡੇ। ਹੁਣ ਸਾਰੇ ਬੰਨਿਓ ਜਿਹੜੇ ਅਸੀਂ ਫੜ ਰਹੇ ਹਾਂ। ਆਪਾਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਵਰਲਡ ਬੈਂਕ ਦਾ ਜਿਹੜਾ ਐਕਸਪਰਟ ਹੈ ਉਹ ਆ ਕੇ ਕਹਿੰਦਾ ਹੈ ਕਿ ਮੈਂ ਇਹਨਾਂ ਕਿਸਾਨ ਕਾਨੂੰਨਾਂ ਦੀ ਜਿਹੜੀ ਹੈ ਮਤਲਬ ਪੂਰੀ ਡਿਟੇਲ ਨਾਲ ਪੜ੍ਹਿਆ, ਸਟੱਡੀ ਕੀਤੀ ਹੈ, ਤੇ ਉਹ ਕਹਿੰਦਾ ਜੀ ਇਹ ਤਾਂ ਕਾਨੂੰਨ ਜਿਹੜੇ ਨੇ ਉਹ ਕਿਸਾਨ ਦੇ ਹੱਕ ਵਿੱਚ ਬਿਲਕੁਲ ਹੀ ਨਹੀਂ। ਪਰ ਦੌਰ ਫਿੱਟੇ ਮੂੰਹ ਤੁਹਾਡਾ ਜੇ ਉਹ ਦੇਖੋ ਉਹ ਬਿਲਕੁਲ ਸਮਝ ਰਿਹਾ ਹੈ, ਪਰ ਤੁਸੀਂ ਕਿਉਂ ਨਹੀਂ ਸਮਝ ਰਹੇ? ਦੂਸਰੇ ਬੰਨੇ ਇਹਨਾਂ ਦੀ ਜਿਹੜੀਆਂ ਰਿਪੋਰਟ ਹੈ, ਮਤਲਬ ਇਹਨਾਂ ਦੇ ਸੁਪਰੀਮ ਕੋਰਟ ਹੋਣਾ ਨੇ, ਮਾਣਯੋਗ ਅਦਾਲਤ ਨੇ ਇਹ ਕਹਿ ਦਿੱਤਾ ਕਿ ਐਕਸਪਰਟ ਕਮੇਟੀ ਬਣਾਓ ਜਿਹਦੇ ਵਿੱਚ ਪੀ ਸਾਈਨਾਥ ਵਰਗੇ ਜਿਹੜੇ ਨੇ ਇਕੋਨੋਮਿਸਟ ਹੋਣ, ਉਹ ਗੱਲਬਾਤ ਕਰਨ। ਤੇ ਜਦੋਂ ਪੀ ਸਾਈਨਾਥ ਹੋਣੀ ਜਿਹੜੇ ਸਾਡੀ ਸਟੇਜ ਤੋਂ ਹੀ ਬੋਲਦੇ ਨੇ, ਮਤਲਬ ਇਹ ਕਹਿ ਲਓ ਕਿ ਉਹ ਫਾਰਮਰ ਦੀ ਉਹ ਸਟੇਜ ਤੋਂ ਬੋਲਦੇ ਨੇ, ਐਜੂਟੇਸ਼ਨ ਸਟੇਜ ਤੋਂ ਬੋਲਦੇ ਨੇ, ਤੇ ਉਹ ਕਹਿੰਦੇ ਆ ਵੀ ਭਾਈ 2014 ਦੇ ਵਿੱਚ ਜਦੋਂ ਇਹ ਸਰਕਾਰ ਆਉਂਦੀ ਆ, ਇਹਨਾਂ ਨੇ ਵਾਅਦਾ ਕੀਤਾ ਸੀ ਕਿ ਸਵਾਮੀਨਾਥਨ ਰਿਪੋਰਟ ਅਸੀਂ ਪਹਿਲੇ ਮਹੀਨਿਆਂ 'ਚ ਲਾ ਦਾਂਗੇ। ਅੱਜ ਲੱਗੀ ਹੈ ਮੋਹ ਜੀ ਸਵਾਮੀਨਾਥਨ ਰਿਪੋਰਟ, ਤੁਸੀਂ ਇਹਨਾਂ ਤੋਂ ਕੁਝ ਨਹੀਂ ਭਾਲ ਸਕਦੇ ਕਿਉਂਕਿ ਇਹ ਥਾਲੀ ਦੇ ਵਿੱਚ ਦਿਖਾ ਕੇ ਕੁਝ ਹੋਰ ਲੈ ਕੇ ਆਉਂਦੇ ਨੇ, ਪਰ ਜਦੋਂ ਦੇਣਾ ਹੁੰਦਾ ਨਾ ਤਾਂ ਉਹ ਕੱਲੀ ਥਾਲੀ ਸਾਡੇ ਅੱਗੇ ਮੂਹਰੇ ਕਰ ਦਿੰਦੇ ਨੇ। ਸੋ ਥਾਲੀ ਵਜਾਉਣ ਤੋਂ ਸਿਵਾਏ ਸ਼ਾਇਦ ਇਹ ਸਰਕਾਰ ਹੋਰ ਕੁਝ ਨਹੀਂ ਕਰ ਸਕਦੀ। ਜੀ, ਅਸੀਂ ਗੱਲ ਕਰ ਰਹੇ ਸੀਗੇ ਕਿ ਹਾਂ ਵੀ ਜਿਹੜੇ ਖੇਤੀਬਾੜੀ ਮੰਤਰੀ ਨੇ ਉਹਨਾਂ ਨੇ ਕੱਲ ਜਿਹੜੇ 8 ਵਰਕੇ ਨੇ ਉਹ ਸ਼ੇਅਰ ਕੀਤੇ ਨੇ, ਤੇ ਕਿਸਾਨਾਂ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਹਾਂ ਵੀ ਉਹ ਵਰਕਿਆਂ ਨੂੰ ਜ਼ਰੂਰ ਪੜ੍ਹਿਆ ਜਾਵੇ ਤੇ ਸ਼ਾਇਦ ਤੁਹਾਡਾ ਜਿਹੜਾ ਮਨ ਹੈ ਬਦਲ ਜਾਵੇ। ਉਸ ਤੋਂ ਬਾਅਦ ਮੋਦੀ ਉਹਨਾਂ ਨੇ ਵੀ ਸੇਮ ਟਵੀਟ ਰੀਟਵੀਟ ਕੀਤਾ, ਥੱਲੇ ਫਿਰ ਲਿਖਿਆ ਕਿ ਹਾਂ ਵੀ ਕਿਸਾਨों भाई और बहनों से विनती है कि उसको पढ़े, ये करे वो करे, है ना। ਜਿਹਦੇ ਜਵਾਬ ਵਿੱਚ ਕਿਸਾਨਾਂ ਨੇ ਫਿਰ ਉਹੀ ਗੱਲ ਆਖੀ ਹੈ ਕਿ ਹਾਂ ਬਈ ਅਸੀਂ ਨਹੀਂ ਪੜ੍ਹਦੇ, ਸਾਨੂੰ ਸਿੰਪਲ ਯੈਸ ਨੋ ਚਾਹੀਦੀ ਹੈ। ਐਂਡ ਸਪੈਸ਼ਲੀ ਸਾਨੂੰ ਚਾਹੀਦਾ ਕਿ ਹਾਂ ਵੀ ਤੁਸੀਂ ਜਿਹੜਾ ਬਿੱਲ ਹੈ ਉਸ ਨੂੰ ਰੱਦ ਕਰੋਗੇ, ਕਾਨੂੰਨ ਵਾਪਸ ਲਓਗੇ, ਤਾਂ ਹੀ ਸਾਡਾ ਜਿਹੜਾ ਧਰਨਾ ਹੈ ਖਤਮ ਹੋਵੇਗਾ। ਅਦਰਵਾਈਜ਼ ਜਿਹੜਾ ਅਸੀਂ ਧਰਨਾ ਹੈ ਉਹ ਇੱਥੋਂ ਦੀ ਚੁੱਕਣ ਨਹੀਂ ਲੱਗੇ। ਜੇਕਰ ਗੱਲ ਕਰੀਏ ਹੌਸਲਿਆਂ ਦੀ, ਤਾਂ ਜਿਹੜਾ ਪੰਜਾਬੀਆਂ ਦਾ ਹੌਸਲਾ ਸ਼ੁਰੂ ਤੋਂ ਹੀ ਬੁਲੰਦ ਰਿਹਾ ਜੀ, ਉਹਦੇ ਵਿੱਚ ਕਾਫੀ ਸਾਰੇ ਨਵੇਂ ਕਿੱਸੇ ਜੁੜ ਰਹੇ ਨੇ, ਨਵੀਂ ਕਹਾਣੀਆਂ ਜੁੜ ਰਹੀਆਂ ਨੇ। ਸੋ ਇੱਕ ਹੋਰ ਜਿਹੜਾ ਕਿਸਾਨ ਹੈ ਜੋ ਕਿ 60 ਸਾਲਾ ਬਜ਼ੁਰਗ ਹੈ ਨਾ, ਉਹ ਉਸ ਕਿਸਾਨੀ ਸੰਘਰਸ਼ ਵਿੱਚ 11 ਦਿਨ ਸਾਈਕਲ ਚਲਾਉਣ ਤੋਂ ਬਾਅਦ, ਯਾਨੀ ਕਿ ਤਕਰੀਬਨ 1000 ਕਿਲੋਮੀਟਰ ਸਾਈਕਲ ਚਲਾਉਣ ਤੋਂ ਬਾਅਦ ਪੁੱਜਿਆ। ਸੋ ਇਹੋ ਜਿਹੇ ਸਾਡੇ ਬਾਬੇ ਨੇ, ਹੈ ਨਾ। ਉਹ ਗਾਣਾ ਨਹੀਂ ਹੈਗਾ ਕਿ ਹਾਂ ਵੀ ਬਹਿ ਕੇ ਨਾਲ ਜਵਾਨਾ ਬਾਬੇ ਧਰਨਾ ਲਾਉਂਦੇ ਨੇ, ਠੀਕ ਹੈ। ਸੋ ਬਾਕੀ ਦੇਖੋ ਕਿੰਨਾ ਹੌਸਲਾ ਇਹਨਾਂ ਵੱਲ ਦੇਖ ਕੇ ਸਾਡੀ ਰੂਹ ਬਿਲਕੁਲ ਮਤਲਬ ਮੈਂ ਕਹਿੰਦਾ ਰੌਂਗਟੇ ਖੜੇ ਹੋ ਜਾਂਦੇ ਨੇ ਕਿ ਹਾਂ ਵੀ ਧੰਨ ਹੈ ਬਾਬਿਆਂ ਦਾ ਹੌਸਲਾ ਦਾ। ਉਹ ਜਿਹੜੀ ਧਰਤੀ ਹੈ ਕਿੰਨੀ ਮੈਂ ਕਹਿੰਦਾ ਵੱਡੀ ਧਰਤੀ, ਮਹਾਨ ਧਰਤੀ ਹੋ ਚੁੱਕੀ ਹੈ, ਜਿੱਥੇ ਸਾਰੇ ਸਾਡੇ ਜਿਹੜੇ ਪੰਜਾਬੀ ਨੇ ਉੱਥੇ ਬੈਠੇ ਨੇ, ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ। ਤੇ ਕੇਂਦਰ ਜਿਵੇਂ ਕਿ ਮੈਂ ਬਾਰ-ਬਾਰ ਕਹਿਣਾ ਹੁੰਦਾ, ਗੂੰਗੀ, ਬਹਿਰੀ ਤੇ ਅੰਨੀ ਜਿਹੜੀ ਸਰਕਾਰ ਹੈ ਉਹਨਾਂ ਨੂੰ ਦਿਖਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਤੇ ਉਮੀਦ ਇਹੀ ਕਰਦੇ ਹਾਂ ਕਿ ਹਾਂ ਵੀ ਜਲਦੀ ਤੋਂ ਜਲਦੀ ਨਿਪਟਾਰਾ ਹੋਵੇ, ਨਹੀਂ ਤਾਂ ਜਿਹੜਾ ਹੈ ਕਾਫੀ ਨੁਕਸਾਨ ਜਿਹੜਾ ਹੈ ਹੋ ਸਕਦਾ ਹੈ। ਦੇਖੋ ਆਪਣੇ ਇੱਥੇ ਇੱਕ ਹੁੰਦਾ ਨਾ ਕਿ ਜਿੱਡਾ ਪੁਰਾਣਾ ਬੋਰਡ ਓਡੀ ਉਹਦੀ ਛਾਂ ਸੰਘਣੀ ਹੁੰਦੀ ਹੈ। ਇੱਥੇ ਇੱਕ ਕਹਾਣੀ ਮੈਂ ਨਾ ਅਕਸਰ ਛੋਟਾ ਹੁੰਦਾ ਇਹ ਸੁਣਦਾ ਹੁੰਦਾ ਸੀਗਾ ਕਿ ਜਦੋਂ ਸਾਡੇ ਕੋਈ ਬਜ਼ੁਰਗ ਜਿਹੜਾ ਸੀਗਾ ਉਹ ਪੂਰਾ ਹੋ ਜਾਣਾ ਤੇ ਕਹਿਣਾ ਬੈਠੇ ਦਾ ਬਾਹਲਾ ਹੀ ਸਹਾਰਾ ਸੀਗਾ। ਤੇ ਮੈਂ ਕਈ ਵਾਰ ਸੋਚਦਾ ਹੁੰਦਾ ਸੀ ਤੇ ਸਾਰੇ ਦਿਹਾੜੀ ਤੇ ਬੈਠੇ ਰਹਿੰਦੇ ਆ, ਸਹਾਰਾ ਕੀ ਸੀਗਾ ਉਹਨਾਂ ਦਾ? ਨਾ ਡੈਡੀ ਨਾਲ ਕਿਤੇ ਖੇਤ ਜਾਂਦੇ ਸੀ ਤੇ ਨਾ ਕੋਈ ਹੋਰ ਕੰਮ ਕਰਾਉਂਦੇ ਸੀਗੇ। ਫਿਰ ਹੌਲੀ ਹੌਲੀ ਜਦੋਂ ਹੁਣ ਇਸ ਸਟੇਜ ਤੇ ਅਸੀਂ ਵੀ ਆ ਗਏ ਹਾਂ, ਮਤਲਬ ਸਾਨੂੰ ਹੁਣ ਲੱਗਣ ਡਿਆ ਕਿ ਵਾਕਈ
ਜਿਵੇਂ ਉਹਨਾਂ ਦੀ ਇੱਕ ਕਈ ਗੱਲ ਜਿਹੜੀ ਹੈ ਉਹ ਐਡੀ ਨਿਚੋੜ ਗੱਲ ਹੁੰਦੀ ਸੀ, ਸ਼ਾਇਦ ਸਾਰੇ ਮਸਲੇ ਹੱਲ ਹੋ ਜਾਂਦੇ ਸੀਗੇ। ਔਰ ਘਰ ਇੰਨਾ ਬੰਨਿਆ ਰਹਿੰਦਾ ਸੀਗਾ, ਤੁਹਾਡੇ ਚਾਚੇ, ਤੁਹਾਡੇ ਤਾਏ, ਤੁਹਾਡੀਆਂ ਭੂਆ ਜਦੋਂ ਆਉਂਦੀਆਂ ਸੀ, ਇੱਦਾਂ ਲੱਗਦਾ ਸੀ ਸਾਡਾ ਇੱਕ ਪਰਿਵਾਰ ਹੈ। ਤੇ ਜਦੋਂ ਤੁਹਾਡਾ ਬਜ਼ੁਰਗ ਜਿਹੜੇ ਨੇ ਉਹ ਫਿਰ ਚਲੇ ਜਾਂਦੇ ਨੇ ਤੇ ਉਹ ਪਰਿਵਾਰ ਵੀ ਅੱਡੋ ਅੱਡੀ ਹੋ ਜਾਂਦਾ ਹੈ। ਹੁਣ ਇਹ ਜਿਹੜੀ ਰੋਲ ਹੈ ਸਾਡੇ ਜਿਹੜੇ ਬਜ਼ੁਰਗ ਨੇ ਉਹ ਕਿਸਾਨ ਧਰਨਿਆਂ ਦੇ ਵਿੱਚ ਜਿਹੜਾ ਹੈ ਬਖੂਬੀ ਨਿਭਾ ਰਹੇ ਨੇ। ਉੱਥੇ ਉਹ ਬੈਠ ਕੇ ਸਾਡੇ ਨੌਜਵਾਨ ਜਿਹੜੇ ਨੇ, ਸਾਡੀਆਂ ਜਿਹੜੀਆਂ ਬੀਬੀਆਂ ਨੇ, ਸਾਡੇ ਜਿਹੜੇ ਬੱਚੇ ਨੇ, ਉਹਨਾਂ ਨੂੰ ਇੱਕ ਸੇਧ ਦੇ ਰਹੇ ਨੇ ਕਿ ਤੁਸੀਂ ਭਾਈ ਇਸ ਲਾਈਨ ਦੇ ਵਿੱਚ ਜਾਣਾ ਹੈ, ਇਸ ਲਾਈਨ ਦੇ ਨਾਲ ਤੁਰੇ ਜਾਣਾ ਹੈ। ਸੋ ਬਜ਼ੁਰਗ ਜਿਹੜੇ ਨੇ ਉਹ ਹਮੇਸ਼ਾ ਤੁਹਾਡੇ ਜਿਹੜਾ ਕਹਿ ਲਓ ਪਰਿਵਾਰ ਦਾ ਗੜ੍ਹ ਨੇ ਜਾਂ ਪਰਿਵਾਰ ਦੀ ਜੜ੍ਹ ਨੇ, ਔਰ ਇਹ ਜਿਹੜੀਆਂ ਜੜ੍ਹਾਂ ਨੇ ਇਹ ਪੰਜਾਬ ਦੀਆਂ ਹਮੇਸ਼ਾ ਮਜ਼ਬੂਤ ਰਹੀਆਂ ਨੇ। ਔਰ ਮਜ਼ਬੂਤ ਹੋਣ ਦੇ ਨਾਲ ਨਾਲ ਇੱਥੋਂ ਤੱਕ ਕਿ ਪੰਜਾਬ ਦੇ 60 ਸਾਲਾ ਬਜ਼ੁਰਗ ਜਿਹੜੇ ਨੇ ਹੁਣ ਤੱਕ ਕਬੱਡੀਆਂ ਪਾਉਂਦੇ ਨੇ ਪੰਜਾਬ ਦੀਆਂ ਗਰਾਊਂਡਾਂ ਦੇ ਵਿੱਚ। ਸੋ ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ, ਕਿਉਂਕਿ ਕਹਿੰਦੇ ਨਹੀਂ ਹੁੰਦੇ ਕਿ ਟੂ ਮੱਚ, ਕਿਉਂਕਿ ਇਹ ਡੈਮੋਕ੍ਰੇਸੀ, ਹਾਂ ਟੂ ਮੱਚ ਡੈਮੋਕ੍ਰੇਸੀ ਤੇ ਨਹੀਂ ਕਿ ਟੂ ਮੱਚ ਹੁੰਦੇ ਨੇ ਕਿ ਜੇ ਮੁੰਡਾ ਜਿਹੜਾ ਆ ਉਹ ਮੱਚ ਹੈ ਤੇ ਫਿਰ ਜੇ ਮੁੰਡਾ ਥੋੜਾ ਜਿਹਾ ਕੁਝ ਕਰਦਾ ਨਾ ਤੇ ਬਾਪੂ ਟੂ ਮੱਚ ਕਰਕੇ ਦਿਖਾ ਦਿੰਦਾ ਜੀ। ਸੋ ਇੱਕ ਹੋਰ ਗੱਲ ਕਰੀਏ ਕਿ ਜਿਵੇਂ ਕਿ ਅਸੀਂ ਪ੍ਰੋਗਰਾਮ ਵਿੱਚ ਕੱਲ ਡਿਸਕਸ ਕੀਤਾ ਸੀਗਾ ਕਿ ਜਿਹੜੀ ਦਿੱਲੀ ਦੀ ਵਿਧਾਨ ਸਭਾ ਹੈ ਉਹਦੇ ਵਿੱਚ ਉੱਥੋਂ ਦੇ ਜਿਹੜੇ ਲੀਡਰਸ ਨੇ ਉਹਨਾਂ ਨੇ ਤਿੰਨੋਂ ਬਿੱਲਾਂ ਨੂੰ ਫਾੜਿਆ ਹੈ ਤੇ ਇਸ ਦੀ ਨਿੰਦਾ ਕੀਤੀ ਹੈ ਕਿ ਜਿਸ ਤਰੀਕੇ ਦੇ ਨਾਲ ਸਾਡੇ ਕਿਸਾਨ ਜਿਹੜੇ ਨੇ ਉੱਥੇ ਬੈਠੇ ਨੇ ਤੇ ਜਿਸ ਤਰੀਕੇ ਨਾਲ ਜਿਹੜੀ ਕੇਂਦਰ ਸਰਕਾਰ ਹੈ ਉਹਨਾਂ ਨੂੰ ਅਣਗੌਲਾ ਕਰ ਰਹੀ ਹੈ, ਉਹਨਾਂ ਨੂੰ ਅਣਦੇਖਾ ਕਰ ਰਹੀ ਹੈ। ਜਿਸ ਤੋਂ ਬਾਅਦ ਸਾਡੇ ਬੋਲਣ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਹਾਂ ਵੀ ਉੱਥੋਂ ਦੇ ਜਿਹੜੇ CM ਨੇ ਹਨਾ, ਜਿਹੜੇ ਅਰਵਿੰਦ ਕੇਜਰੀਵਾਲ, ਉਹਨਾਂ ਨੇ ਵੀ ਮੈਂ ਕਹਿੰਦਾ ਵਰਕੇ ਪਾੜੇ ਨੇ, ਕਾਨੂੰਨ ਪਾੜੇ ਨੇ ਤੇ ਜਵਾਬ ਦਿੱਤਾ ਹੈ ਕੇਂਦਰ ਸਰਕਾਰ ਨੂੰ ਕਿ ਤੁਸੀਂ ਜੋ ਕੁਝ ਵੀ ਕਰ ਰਹੇ ਹੋ ਬਹੁਤ ਮਾੜਾ ਕਰ ਰਹੇ ਹੋ। ਜਿਸ ਤੋਂ ਬਾਅਦ ਪੂਰੇ ਵਿਸ਼ਵ ਦੇ ਵਿੱਚ ਜਿੱਥੇ ਵੀ ਸਾਡੇ ਪੰਜਾਬੀ ਨੇ, ਭਾਰਤੀ ਨੇ ਜੋ ਕਿ ਸਾਡੇ ਇਸ ਕਿਸਾਨੀ ਸੰਘਰਸ਼ ਦੇ ਵਿੱਚ ਨਾਲ ਲਾ ਕੇ ਖੜੇ ਨੇ, ਉਹਨਾਂ ਨੇ ਉਹਨਾਂ ਦੀ ਕਾਫੀ ਮੈਂ ਕਹਿੰਦਾ ਪ੍ਰੇਜ਼ ਕੀਤੀ ਹੈ, ਉਹਨਾਂ ਦੀ ਹਮਾਇਤ ਕੀਤੀ ਹੈ ਕਿ ਹਾਂ ਵੀ ਜਿਹੜਾ ਆਹ ਸਟੈਪ ਜਿਹੜਾ ਹੈ ਕੇਜਰੀਵਾਲ ਸਾਹਿਬ ਨੇ ਚੰਗਾ ਕੀਤਾ ਹੈ। ਤੇ ਇੱਕ ਵਾਰ ਫਿਰ ਅਸੀਂ ਕਹਿ ਸਕਦੇ ਹਾਂ ਕਿ ਹਾਂ ਵੀ ਉਹਨਾਂ ਨੇ ਆਪਣੇ ਦਿਲਾਂ ਵਿੱਚ ਆਪਣੀ ਥਾਂ ਬਣਾ ਦਿੱਤੀ ਹੈ। ਜੀ ਦੇਖੋ, ਕਿਤੇ ਨਾ ਕਿਤੇ ਮੈਨੂੰ ਲੱਗਦਾ ਹੁੰਦਾ ਕਿ ਕੇਜਰੀਵਾਲ ਪਿੱਛੇ ਜੇ ਅਸੀਂ ਕਹਿਣ ਲੱਗ ਪਏ ਸੀ ਕਿ ਭਾਈ ਇਹਨੇ BJP ਦੇ ਨਾਲ ਸਮਝੌਤਾ ਕਰ ਲਿਆ, ਇਹ BJP ਦੀ B ਪਾਰਟੀ ਹੋ ਗਈ ਹੈ, ਸਾਰੇ ਕਹਿਣ ਡੇ ਸੀਗੇ। ਫਿਰ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਹੁਣਾਂ ਨੇ ਵੀ ਕਿਤੇ ਲੈ ਦੇ ਵਿੱਚ ਕਹਿ ਦਿੱਤਾ ਕਿ ਬਈ ਇਹ B ਪਾਰਟੀ ਹੋ ਗਈ ਹੈ। ਕਿਤੇ ਨਾ ਕਿਤੇ ਦੇਖੋ, ਮੈਂ ਇਹ ਮੰਨਦਾ ਕਿ ਇਸ ਅੰਦੋਲਨ ਦੇ ਵਿੱਚ ਜਿਹਨੇ ਮੇਲਾ ਲੁੱਟਿਆ ਉਹ ਕੇਜਰੀਵਾਲ ਹੀ ਆ। ਪਹਿਲਾਂ ਤੇ ਉਹ ਧਰਨੇ ਤੇ ਆਉਂਦਾ, ਦੱਸਦਾ ਕਿ ਭਾਈ ਮੈਨੂੰ ਕਿਹਾ ਸੀ ਵੀ ਜਿਹੜੇ ਸਟੇਡੀਅਮ ਆ ਉਹ ਜੇਲ੍ਹ ਬਣਾ ਦਿਓ, ਪਰ ਮੈਂ ਤੁਹਾਡੇ ਨਾਲ ਖੜਿਆ। ਫਿਰ ਉਸ ਤੋਂ ਬਾਅਦ ਉਹਨੇ ਉੱਥੇ ਟਾਇਲਟਾਂ ਦਾ ਜਿਹੜਾ ਆ ਉਹ ਕੰਮ ਕਰਨਾ ਸ਼ੁਰੂ ਕੀਤਾ, ਮਤਲਬ ਜੋ ਜਿਹੜੀ ਨੜਿੰਦੀ ਚੀਜ਼ ਉਹ ਕਰ ਸਕਦਾ ਸੀਗਾ ਉਹ ਕੀਤਾ। ਠੀਕ ਹੈ। ਉਸ ਤੋਂ ਬਾਅਦ ਫਿਰ ਜਦੋਂ ਸਾਡਾ ਜਿਹੜਾ ਭੁੱਖ ਹੜਤਾਲ ਸੀ ਉਸ ਦੇ ਨਾਲ ਭੁੱਖ ਹੜਤਾਲ ਕੀਤੀ। ਔਰ ਹੁਣ ਦੇਖੋ ਜਿਹੜਾ ਕਿ ਲੋਕ ਸਭਾ ਦਾ ਸੈਸ਼ਨ ਹੋਣਾ ਚਾਹੀਦਾ ਸੀਗਾ ਉਹ ਨਹੀਂ ਹੋਇਆ, ਪਰ ਉਹਨੇ ਆਪਣਾ ਸੈਸ਼ਨ ਵਧਾਇਆ, ਦਿੱਲੀ ਵਿਧਾਨ ਪਾਲਿਕਾ ਦਾ ਸੈਸ਼ਨ ਬੁਲਾਇਆ। ਉਹਦੇ ਵਿੱਚ ਦੇਖੋ ਇੱਕ ਵੱਡਾ ਸਾਰਾ ਕੰਮ ਕਿ ਕਾਲੇ ਕਾਨੂੰਨ ਜਿਹੜੇ ਨੇ ਪਾੜ ਦਿੱਤੇ। ਸੋ ਮੈਨੂੰ ਕਿਤੇ ਨਾ ਕਿਤੇ ਲੱਗਦਾ ਕਿ ਉਹ ਇਨਸਾਨ ਇਹੀ ਆ ਕਿ ਉਹਨੇ ਪੂਰਾ ਇਹ ਮੇਲਾ ਲੁੱਟ ਲਿਆ। ਸ਼ਾਇਦ ਹੋਰ ਕੋਈ ਪੋਲੀਟੀਸ਼ੀਅਨ ਜਿਹੜਾ ਹੈ ਉਹ ਐਡੇ ਜੋਗਰਾ ਹੈ ਵੀ ਨਹੀਂ ਆ, ਔਰ ਸਾਨੂੰ ਕਿਸੇ ਦੇ ਉੱਤੇ ਯਕੀਨ ਵੀ ਨਹੀਂ ਹੈਗਾ। ਸੋ ਕਿਤੇ ਨਾ ਕਿਤੇ ਉਮੀਦ ਕੀਤੀ ਜਾ ਸਕਦੀ ਹੈ ਕਿ ਇਹ ਤੀਸਰੀ ਪਾਰਟੀ ਜਿਹੜਾ ਥਰਡ ਵਿੰਗ ਹੈ ਉਹ ਅੱਗੇ ਵੀ ਆਊਗਾ ਤੇ ਪੰਜਾਬ ਦੇ ਹਿੱਤ ਰੱਖੂਗਾ। ਕੱਲ੍ਹ ਨੂੰ ਉਹ ਕਹਿੰਦੇ ਕਿ ਅਸੀਂ UP 'ਚ ਲੜਨਾ ਹੈ ਤੇ UP ਦੇ ਹਿੱਤ ਵੀ ਰੱਖੂਗਾ। ਇੱਕ ਤਰੀਕੇ ਦੇ ਨਾਲ ਮੈਨੂੰ ਲੱਗਦਾ ਹੁੰਦਾ ਕਿ ਆਸ਼ਾਵਾਦੀ ਹੈ। ਖਾ ਤਾਂ ਸਾਨੂੰ ਦੋਹਾਂ ਨੇ ਪਾਰਟੀਆਂ ਨੇ ਲਿਆ, BJP ਨੇ ਵੀ ਖਾ ਲਿਆ, ਸਾਨੂੰ ਕਾਂਗਰਸ ਨੇ ਵੀ ਖਾ ਲਿਆ, ਔਰ ਇੱਥੇ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੇ ਵੀ ਜਿਹੜਾ ਆ ਉਹ ਕੱਖ ਨਹੀਂ ਛੱਡਿਆ ਸਾਡਾ। ਸੋ ਕਿਤੇ ਨਾ ਕਿਤੇ ਜੇ ਤੀਸਰੀ ਪਾਰਟੀ ਆਉਂਦੀ ਹੈ ਤੇ ਬੰਦਾ ਕਹਿ ਹੀ ਲੈਂਦਾ ਕਿ ਭਾਈ ਪਹਿਲੀ ਵਾਰੀ ਸੀਗਾ, ਸਾਨੂੰ ਪਤਾ ਨਹੀਂ ਸੀ ਵੀ ਇੰਨੇ ਨਿਕੰਮੇ ਨਿਕਲੂਗੇ ਜਾਂ ਚੰਗੇ ਨਿਕਲੂਗੇ। ਇੱਕ ਵਾਰੀ ਮੈਨੂੰ ਲੱਗਦਾ ਕਿ ਅਸੀਂ ਸਾਡੇ ਪੰਜਾਬ ਦੇ ਜਿਹੜੇ ਲੋਕ ਨੇ ਇਹਨਾਂ ਨੂੰ ਮੌਕਾ ਵੀ ਦੇ ਦੇਣ ਤਾਂ ਕੋਈ ਬੁਰੀ ਗੱਲ ਨਹੀਂ ਹੈ। ਜੀ ਖੈਰ ਸਾਹਿਬ, ਤੁਸੀਂ ਗੱਲ ਕੀਤੀ ਕਿ ਹਾਂ ਵੀ UP ਦੇ ਵਿੱਚ ਜਿਹੜੇ ਨੇ ਵਿਧਾਨ ਸਭਾ ਦੇ ਇਲੈਕਸ਼ਨ ਨੇ ਉਹ ਆਮ ਆਦਮੀ ਪਾਰਟੀ ਲੜੇਗੀ। ਹੁਣੇ ਉਹਨਾਂ ਦਾ ਇੱਕ ਹੋਰ ਬਿਆਨ ਹੈ ਕਿ ਹਾਂ ਵੀ ਹਿਮਾਚਲ ਦੇ ਵਿੱਚ ਜਿਹੜੀ ਪੰਚਾਇਤੀ ਰਾਜ ਤੇ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਹੋਣਗੀਆਂ ਉਹਦੇ ਵਿੱਚ ਵੀ ਜਿਹੜੀ ਆਮ ਆਦਮੀ ਪਾਰਟੀ ਉਤਰਨ ਜਾ ਰਹੀ ਹੈ। ਸੋ ਅਸੀਂ ਕਹਿ ਸਕਦੇ ਹਾਂ ਕਿ ਹਾਂ ਵੀ ਪੂਰੇ ਦੇਸ਼ ਦੇ ਵਿੱਚ ਹਨਾ, ਪੂਰੇ ਦੇਸ਼ ਦੀ ਇੱਕ ਵੱਖਰੀ ਨਵੀਂ ਪਾਰਟੀ ਬਣ ਕੇ ਮੈਂ ਕਹਿੰਦਾ ਪੂਰੇ ਦੇਸ਼ ਵਿੱਚ ਦੁਬਾਰਾ ਜਿਹੜੀ ਹੈ ਉਹ ਲਾਂਚ ਹੋ ਰਹੀ ਹੈ, ਲੜੇਗੀ ਅਲੱਗ-ਅਲੱਗ ਸੂਬਿਆਂ ਦੇ ਵਿੱਚ। ਸੋ ਦੇਖਦੇ ਹਾਂ ਕਿ ਹਾਂ ਵੀ ਲੋਕੀ ਕਿਹੋ ਜਿਹਾ ਉਹਨਾਂ ਨੂੰ ਸਾਥ ਦਿੰਦੇ ਨੇ। ਉਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਕੱਲ UP ਦੇ ਜਿਹੜੇ CM ਨੇ ਆਦਿੱਤਿਆਨਾਥ ਯੋਗੀ, ਉਹ ਆਪਣੇ ਉੱਥੋਂ ਦੇ ਕਿਸਾਨਾਂ ਨੂੰ ਗੱਲਬਾਤ ਕਰ ਰਹੇ ਨੇ ਕਿ ਹਾਂ ਵੀ ਬਿੱਲਾਂ ਉੱਪਰ ਗੱਲਬਾਤ ਕਰਦੇ ਆ, ਬਿੱਲ ਚੰਗੇ ਨੇ, ਇਹ ਆ ਉਹ ਆ। ਐਂਡ ਉਸ ਤੋਂ ਇਲਾਵਾ ਜਿਹੜੇ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹ ਮੱਧ ਪ੍ਰਦੇਸ਼ ਦੇ ਕਿਸਾਨਾਂ ਨਾਲ ਗੱਲਬਾਤ ਕਰਾਂਗੇ। ਅਸੀਂ ਕੱਲ੍ਹ ਵੀ ਗੱਲਬਾਤ ਕੀਤੀ। ਐਂਡ ਉਹਨਾਂ ਦੀ ਗੱਲਬਾਤ ਤੋਂ ਪਹਿਲਾਂ ਹੀ ਰਾਹੁਲ ਗਾਂਧੀ ਨੇ ਟਵੀਟ ਕੀਤਾ ਹੈ ਕਿ ਹਾਂ ਬਈ ਮੋਦੀ ਸਾਹਿਬ ਪਹਿਲਾਂ ਦੱਸ ਤਾਂ ਦਿਓ ਹੋਰ ਕਿੰਨੀਆਂ ਕਿ ਜਾਨਾਂ ਲੈਣੀਆਂ ਨੇ ਤਾਂ ਜਾ ਕੇ ਤੁਸੀਂ ਗੱਲ ਸੁਣਨੀ ਸ਼ੁਰੂ ਕਰਨੀ ਹੈ। ਸੋ ਲਗਾਤਾਰ ਓਪੋਜੀਸ਼ਨ ਹੈ ਜਿਹੜਾ ਆਪਣਾ ਕੰਮ ਹੈ ਕਰਦਾ ਜਾ ਰਿਹਾ, ਪਰ ਅਫਸੋਸ ਦੀ ਗੱਲ ਹੈ ਕਿ ਜਿਹਨੂੰ ਕਰਨਾ ਚਾਹੀਦਾ, ਜਿਹੜੀ ਰੂਲਿੰਗ ਪਾਰਟੀ ਹੈ ਉਹ ਨਹੀਂ ਗੱਲ ਸੁਣ ਰਹੀ, ਉਹ ਭੱਜ ਰਹੀ ਹੈ ਬਸ। ਦੇਖੋ, ਮੈਂ ਗੱਲ ਇਹ ਤੁਹਾਡੀ ਉਦੋਂ ਵੀ ਤੁਹਾਨੂੰ ਦੱਸੀ ਸੀ ਕਿ ਟਵੀਟ ਕਰਨਾ ਚਲੋ ਚੰਗੀ ਗੱਲ ਹੈ, ਹੱਕ 'ਚ ਖੜਨਾ ਇੱਕ ਚੰਗੀ ਗੱਲ ਹੈ, ਪਰ ਜਦੋਂ ਤੁਸੀਂ ਗਰਾਊਂਡ ਦੇ ਉੱਤੇ ਆ ਕੇ ਜ਼ਮੀਨੀ ਲੈਵਲ ਦੇ ਉੱਤੇ ਜਾ ਕੇ ਕੋਈ ਕੰਮ ਨਹੀਂ ਨਾ ਕਰਦੇ ਫਿਰ ਉਦੋਂ ਤੱਕ ਉਹ ਗੱਲ ਤੁਹਾਡੀ ਬਣਦੀ ਨਹੀਂ ਹੈਗੀ।
ਰਾਹੁਲ ਗਾਂਧੀ ਦੀ ਇੱਕ ਗੱਲ ਦੇਖੀ ਹੈ ਕਿ ਉਹ ਲਗਾਤਾਰ ਟਵੀਟ ਕਰੀ ਜਾਂਦਾ ਭਾਈ ਟਵੀਟ ਕਰਨ ਨਾਲ ਕੁੱਖ ਨਹੀਂ ਹੋਣਾ। ਤੁਸੀਂ ਪਹਿਲਾਂ ਤੇ ਆਪਣੀ ਜ਼ਿੰਮੇਵਾਰੀ ਜਿਹੜੀ ਆ ਪ੍ਰੋਪਰ ਤਰੀਕੇ ਨਾਲ ਨਹੀਂ ਨਿਭਾਈ। ਪਿੱਛੇ ਜੇ ਖਬਰਾਂ ਵੀ ਆਉਂਦੀਆਂ ਸੀ ਥੋੜੇ ਦਿਨ ਪਹਿਲਾਂ ਕਿ ਰਾਹੁਲ ਜਿਹੜਾ ਆ ਉਹ ਕਹਿੰਦਾ ਜੀ ਮੈਂ ਪ੍ਰਧਾਨਗੀ ਨਹੀਂ ਲੈ ਸਕਦਾ ਕਾਂਗਰਸ ਦੀ, ਮੈਂ ਫਿਰ ਛੱਡਣੀ ਚਾਹੁੰਦਾ। ਉਹ ਫਿਰ ਇਦਾਂ ਹੁੰਦਾ ਨਾ ਕਿ ਹੁਣ ਅਗਲਿਆਂ ਨੇ ਰਾਜ ਸਾਰੀ ਉਮਰ ਕੀਤਾ ਹੈ ਭਾਰਤ ਦੇ ਉੱਤੇ, ਉਹ ਕਹਿੰਦੇ ਜੀ ਵੀ ਸਾਡਾ ਇਹ ਜਾਂਦਾ ਜਾਂਦਾ ਮੁੰਡਾ ਵੀ ਜਿਹੜਾ ਆ ਉਹ ਰਾਜ ਕਰ ਲਵੇ। ਪਰ ਇਹ ਕਿਤੇ ਨਾ ਕਿਤੇ ਸਾਰੇ ਲੋਕੀ ਜਾਣਦੇ ਆ ਕਿ ਰਾਹੁਲ ਜਿਹੜਾ ਹੈ ਉਹਦਾ ਅਸਲ ਇੰਟਰਸਟ ਦਿਲਚਸਪੀ ਜਿਹੜੀ ਆ ਉਹ ਕਿਤੇ ਨਾ ਕਿਤੇ ਇਹਦੇ ਵਿੱਚ ਨਹੀਂ ਹੈਗੀ। ਟਵਿੱਟਰ ਤੇ ਸ਼ਾਇਦ, ਹਾਂ ਟਵਿੱਟਰ ਦੇ ਵਿੱਚ ਚਲੋ ਟਵੀਟ ਕਰ ਰਿਹਾ, ਕਿਉਂਕਿ ਟਵੀਟ ਤਾਂ ਹਰ ਕੋਈ ਕਰ ਰਿਹਾ ਹੈ ਨਾ, ਜਿਹੜਾ ਕਿਤੇ ਥੋੜਾ ਬਹੁਤ ਪੜਿਆ ਹੈ ਜਿਹਨੂੰ ਸਮਝ ਆਉਂਦੀ ਹੈ ਕਿ ਗਲਤ ਗੱਲ ਹੈ ਉਹ ਟਵੀਟ ਕਰ ਦਿੰਦਾ ਹੈ। ਤਾਂ ਦੂਸਰੇ ਬੰਨੇ ਤੁਸੀਂ ਦੇਖੋ ਕਿ ਆਪਾਂ ਕਹਿ ਲਈਏ ਕਿ ਪੋਲੀਟੀਸ਼ੀਅਨ ਜਿਹੜਾ ਹੈ ਜਾਂ ਪੋਲੀਟਿਕਸ ਜਿਹੜੀ ਹੈ ਉਹ ਫੁੱਲ ਟਾਈਮ ਜੌਬ ਹੈ। ਇੱਦਾਂ ਨਹੀਂ ਕਿ ਤੁਹਾਨੂੰ ਅਰਨ ਲੀਵ ਮਿਲ ਜਾਵੇ, ਉੱਥੇ ਤੁਹਾਨੂੰ ਕੈਜੂਅਲ ਲੀਵ ਮਿਲ ਜਾਵੇ, ਤੁਹਾਨੂੰ ਜਿਵੇਂ ਅਸੀਂ ਕਹਿੰਦੇ ਆ ਵੀ ਸਾਨੂੰ ਇੱਕ ਵੀਕ ਆਫ ਤਾਂ ਜ਼ਰੂਰੀ ਚਾਹੀਦਾ ਭਾਈ, ਇਹਨਾਂ ਨੂੰ ਇਦਾਂ ਦਾ ਵੀਕ ਆਫ ਨਹੀਂ ਹੁੰਦਾ। ਤੁਸੀਂ ਜੇ ਖੜੇ ਹੋ ਤਾਂ ਤੁਸੀਂ ਪੂਰੇ ਰਾਤ ਦਿਨ ਤੁਸੀਂ ਇਹ ਦੇਸ਼ ਲਈ ਕੰਮ ਕਰ ਰਹੇ ਹੋ। ਪਰ ਉਹ ਗੱਲ ਵੱਖਰੀ ਕਿ ਬਹੁਤ ਦੌਲਤਾਂ ਸ਼ੌਹਰਤਾਂ ਇਹਨਾਂ ਕੋਲੇ ਹੁੰਦੀਆਂ ਨੇ, ਇਹ ਸਾਰੀ ਉਮਰ ਹੀ ਜਿਹੜੀ ਹੈ ਇੱਕ ਤਰੀਕੇ ਨਾਲ ਛੁੱਟੀ ਤੇ ਹੁੰਦੇ ਆ। ਰੈਲੀਆਂ ਰੂਲੀਆਂ ਵਾਲੇ ਤਾਂ ਨੇ ਫਿਰ ਕਹਿੰਦੇ ਜੀ ਅਸੀਂ ਤਾਂ ਬਹੁਤ ਥੱਕੇ ਆਏ ਆ, ਅਸੀਂ ਗੱਡੀ 'ਚ ਹੀ ਸੁੱਤੇ ਆਏ ਆ। ਉਹ ਗੱਡੀਆਂ ਵੀ ਕਿਹੜੀਆਂ ਹੁੰਦੀਆਂ? ਫੋਰਚੂਨਰ ਗੱਡੀਆਂ, ਹਨਾ, ਲਗਜ਼ਰੀ ਗੱਡੀਆਂ, ਕੈਮਰੀ ਗੱਡੀਆਂ ਇਹਨਾਂ ਕੋਲੇ ਹੁੰਦੀਆਂ ਨੇ। ਭਾਈ ਜੇ ਤੁਸੀਂ ਉਹਨਾਂ 'ਚ ਸੌਂ ਕੇ ਆਏ ਹੋ ਤਾਂ ਫਿਰ ਤੁਸੀਂ ਉਹਨਾਂ ਦਾ ਵੀ ਦੇਖ ਲਓ, ਜਿਹੜੇ ਰੇਲ ਦੀਆਂ ਪਟੜੀਆਂ ਤੇ ਸੌਂਦੇ ਨੇ ਔਰ ਇੰਨੇ ਬੇਹੋਸ਼ ਹੋ ਕੇ ਸੌਂਦੇ ਨੇ, ਪਤਾ ਨਹੀਂ ਲੱਗਦਾ ਕਿ ਟ੍ਰੇਨ ਕਦੋਂ ਲੰਘ ਗਈ ਤੇ ਉਹ ਵੱਡੇ ਵੀ ਗਏ। ਸੋ ਕਿਤੇ ਨਾ ਕਿਤੇ ਰਾਹੁਲ ਗਾਂਧੀ ਹੁਣਾਂ ਨੂੰ ਮੈਨੂੰ ਲੱਗਦਾ ਕਿ ਮੈਂ ਓਪੋਜੀਸ਼ਨ ਦੀ ਗੱਲ ਕਰ ਰਿਹਾ ਕਿ ਓਪੋਜੀਸ਼ਨ ਨੂੰ ਬਣਦਾ ਜਿਹੜਾ ਐਕਟਿਵ ਰੋਲ ਹੈ ਉਹ ਨਿਭਾਉਣਾ ਚਾਹੀਦਾ। ਕੱਲ੍ਹ ਆਪਾਂ ਗੱਲ ਵੀ ਕੀਤੀ ਸੀ ਕਿ ਕਾਂਗਰਸ ਦੇ ਜਿਹੜੇ MP ਨੇ, ਕਾਂਗਰਸ ਜਿਹੜੇ ਸੁਨੀਲ ਜਾਖੜ ਨੇ, ਇੱਥੋਂ ਚਿੱਠੀਆਂ ਲਿਖ ਰਹੇ ਨੇ ਕਿ ਭਾਈ ਤੁਸੀਂ ਉੱਥੇ ਦਿੱਲੀ 'ਚ ਬੈਠੇ ਹੋ, ਤੁਸੀਂ ਸਾਡੇ ਜਿਹੜੇ ਬੰਦੇ ਜੰਤਰ ਮੰਤਰ ਬੈਠੇ ਆ, ਚਾਹੇ ਰਵਨੀਤ ਬਿੱਟੂ ਹੁਣੀ ਬੈਠੇ ਆ, ਭਾਈ ਉਹਨਾਂ ਦੇ ਨਾਲ ਜਾ ਕੇ ਬੈਠੋ ਤਾਂ ਜੋ ਜਿਹੜੀ ਇੱਕ ਗੱਲ ਸਿਰੇ ਕਿਸੇ ਬੰਨੇ ਲੱਗ ਸਕੇ। ਸੋ ਮੈਨੂੰ ਚਾਹੀਦਾ ਕਿਤੇ ਨਾ ਕਿਤੇ ਜਿਹੜੇ ਕਾਂਗਰਸ ਵਾਲੇ ਬੈਠੇ ਆ ਨਾ, ਉਹਨਾਂ ਨੂੰ ਜਿਹੜੇ ਦਿੱਲੀ ਬੈਠੇ ਆ ਭਾਈ ਉਹ ਤਾਂ ਜਾ ਕੇ ਬਸ਼ਰਮੀ ਬੈਠਣ, ਬਾਕੀ ਦੇਖ ਲਾਂਗੇ। ਕਿਉਂਕਿ ਸ਼ਸ਼ੀ ਥਰੂਰ ਹੁਣੀ ਵੀ ਆ ਗਏ, ਫਿਰ ਹੁਣ ਹੌਲੀ ਹੌਲੀ ਉਹ ਜੁੜ ਰਹੇ ਨੇ, ਸ਼ਾਇਦ ਕੋਈ ਵੱਡਾ ਜਿਹੜਾ ਆਪਾਂ ਦੇਖ ਲਈਏ ਕਿ ਇੱਕ ਵੱਡਾ ਮਜਬਾ ਲੱਗ ਸਕਦਾ ਉੱਥੇ। ਜੀ, ਸੋ ਓਪੋਜੀਸ਼ਨ ਤੋਂ ਕਾਫੀ ਉਮੀਦਾਂ ਕੀਤੀਆਂ ਜਾ ਰਹੀਆਂ ਨੇ ਐਂਡ ਉਮੀਦ ਵਾਕਈ ਹੋਣੀ ਵੀ ਚਾਹੀਦੀ ਹੈ, ਕਿਉਂਕਿ ਓਪੋਜੀਸ਼ਨ ਲੋਕਤੰਤਰ ਦੇ ਵਿੱਚ ਕਾਫੀ ਵੱਡਾ ਜਿਹੜਾ ਅਹਿਮ ਰੋਲ ਹੈ ਉਹ ਅਦਾ ਕਰਦਾ ਹੈ। ਸੋ ਹੋਰ ਵੀ ਜਿਹੜੀ ਗੱਲਾਂ ਬਾਤਾਂ ਅਸੀਂ ਕਰਾਂਗੇ। ਫਿਲਹਾਲ ਸਮਾਂ ਚੁੱਕਾ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਦੁਬਾਰਾ ਮਿਲਦੇ ਹਾਂ। ਤੁਸੀਂ ਵੇਖਦੇ ਰਹੋ ਪ੍ਰੋਗਰਾਮ ਅਖਬਾਰਨਾਮਾ। ਟਰੱਕਾਂ ਵਾਲੇ ਭਰਾਵਾਂ ਲਈ ਖੁਸ਼ਖਬਰੀ, US ਫਿਊਲ ਸਰਵਿਸਿਜ਼ ਵਾਲੇ ਤੁਹਾਡੇ ਟਰੱਕਾਂ ਦੇ ਡੀਜ਼ਲ ਲਈ ਲੈ ਕੇ ਆਏ ਨੇ ਵਿਸ਼ੇਸ਼ ਛੋਟ। ਜੇ ਤੁਸੀਂ ਇਹਨਾਂ ਦਾ ਫਿਊਲ ਕਾਰਡ ਪਾਇਲਟ ਫਲਾਈਂਗ ਟਰੱਕ ਸਟਾਪ ਤੇ ਵਰਤਦੇ ਹੋ ਤੇ ਇਹ ਤੁਹਾਨੂੰ ਦਿਵਾਉਂਦੇ ਨੇ 40 ਤੋਂ 50 ਸੈਂਟ ਪਰ ਗੈਲਨ ਦਾ ਡਿਸਕਾਊਂਟ। ਭੁੱਲੋ ਨਾ, ਅੱਜ ਹੀ ਐਕਸਲ ਫਿਊਲ ਕਾਰਡ ਤੇ 19 ਫਿਊਲ ਨੈਟਵਰਕ ਅਪਲਾਈ ਕਰੋ ਤੇ ਆਪਣੇ ਟਰੱਕਿੰਗ ਬਿਜ਼ਨਸ ਨੂੰ ਫਾਇਦੇਮੰਦ ਬਣਾਓ। US ਫਿਊਲ ਸਰਵਿਸਿਜ਼ ਨੂੰ ਅੱਜ ਹੀ ਕਾਲ ਕਰੋ 916 919 7061 916 919 7061 916 686 6713 916 686 6713। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅਖਬਾਰਨਾਮਾ। ਸੋ ਖੈਰ ਸਭ ਠੰਡ ਬਹੁਤ ਵੱਧ ਚੁੱਕੀ ਹੈ, ਤੁਹਾਡੇ ਟੇਬਲ ਤੇ ਚਾਹ ਵੀ ਪਹੁੰਚ ਚੁੱਕੀ ਹੈ ਜੀ। ਉਹ ਕਿਤੇ ਨਾ ਕਿਤੇ ਜਦੋਂ ਤੁਸੀਂ ਲਗਾਤਾਰ ਕੰਮ ਕਰਦੇ ਹੋ ਨਾ ਤਾਂ ਤੁਹਾਡੇ ਗਲੇ ਜਿਹੜੇ ਨੇ ਉਹ ਸੁੱਕਣੇ ਸ਼ੁਰੂ ਹੋ ਜਾਂਦੇ ਨੇ। ਸੋ ਉਹਦਾ ਥੋੜਾ ਜਿਹਾ ਇਲਾਜ ਹੈ ਇਹ ਜੀ। ਸੋ ਖੈਰ ਸਾਹਿਬ ਗੱਲ ਕਰ ਰਹੇ ਹਾਂ ਅਸੀਂ ਹੁਣ ਪ੍ਰਧਾਨ ਮੰਤਰੀ ਦੀ, ਹੈ ਨਾ, ਜੋ ਕਿ ਮਹੀਨੇ ਦੇ ਆਖਰੀ ਸੰਡੇ ਦੇ ਵਿੱਚ ਆ ਕੇ ਨਾ ਰੇਡੀਓ ਤੇ ਮਨ ਕੀ ਬਾਤ ਕਰਦੇ ਨੇ, ਹੈ ਨਾ। ਬਸ ਇਹ ਕਰਦੇ ਤੇ ਆਪਣੇ ਮਨ ਕੀ ਬਾਤ ਹੀ ਆ, ਹੈ ਨਾ, ਤੇ ਆਡੀਅנס ਵੀ ਲੱਗਦਾ ਇਹਨਾਂ ਦੀ ਆਪਣੀ ਹੈ, ਕਿਉਂਕਿ ਲੋਕਾਂ ਦੇ ਦੁੱਖ ਨਹੀਂ ਸੁਣਦੇ, ਕਿਸੇ ਦੀ ਗੱਲ ਨਹੀਂ ਸੁਣਨੀ, ਕਿਸੇ ਨੂੰ ਦੇਖਣਾ ਨਹੀਂ ਕੋਈ ਕੀ ਕਹਿ ਰਿਹਾ, ਰੋ ਰਿਹਾ, ਪਿੱਟ ਰਿਹਾ, ਮਰ ਰਿਹਾ, ਪਰ ਆਪਣੇ ਮਨ ਦੀ ਬਾਤ ਜਿਹੜੀ ਹੈ ਉਹ ਹਰ ਮਹੀਨੇ ਦੇ ਆਖਰੀ ਸੰਡੇ ਆ ਕੇ ਕਰ ਦਿੰਦੇ ਨੇ। ਤੁਸੀਂ ਕਿੰਨੀ ਮਾੜੀ ਗੱਲ ਆ, ਬਹੁਤ ਮਾੜੀ ਗੱਲ ਹੈ। ਇੰਨਾ ਹਜੂਮ ਇਕੱਠਾ ਹੋਇਆ, ਪੂਰਾ ਪੰਜਾਬ, ਪੂਰਾ ਹਰਿਆਣਾ, ਮੈਂ ਕਹਾਂਗਾ ਅੱਧੇ ਨਾਲੋਂ ਜ਼ਿਆਦਾ ਇੰਡੀਆ ਵੀ ਈਵਨ ਜੀ ਇਸ ਵਕਤ ਇੱਕੋ ਹੀ ਸੁਰ ਬੋਲ ਰਿਹਾ, ਇੱਕੋ ਹੀ ਗੱਲ ਕਹਿ ਰਿਹਾ। ਤੁਸੀਂ ਉਹਨੂੰ ਨਹੀਂ ਸੁਣ ਰਹੇ, ਤੁਸੀਂ ਆਪਣੀ ਮਨ ਕੀ ਬਾਤ ਕਰ ਰਹੇ ਹੋ। ਗੱਲ ਦੇਖੋ ਬੜੀ ਵਾਰੀ ਇੱਥੇ ਚੁਟਕਲੇ ਬਣਦੇ ਰਹੇ ਨੇ, ਕਹਿੰਦੇ ਵੀ ਜਿਹੜਾ ਬੰਦਾ ਵਿਆਹਿਆ ਨਾ ਹੋਵੇ, ਜਿਹਦੇ ਨਿਆਣੇ ਨਿੱਕੇ ਨਾ ਹੋਣ, ਫਿਰ ਉਹਨੂੰ ਮਨ ਕੀ ਬਾਤ ਕਰਨ ਦੇ ਲਈ ਰੇਡੀਓ ਚਾਹੀਦਾ ਹੁੰਦਾ। ਸੋ ਇਹ ਗਲਤੀ ਆਪਾਂ ਕਹਿ ਲਈਏ ਉਹਦੀ ਵੀ ਨਹੀਂ ਹੈਗੀ ਵਿਚਾਰੇ ਦੀ, ਉਹ ਆਪਣੇ ਮਨ ਕੀ ਬਾਤ ਰੇਡੀਓ ਤੇ ਕਰ ਰਿਹਾ। ਦੂਸਰੇ ਬੰਨੇ ਕਹਿੰਦੇ ਹੁੰਦੇ ਨਾ ਕਿ ਆਪਣੇ ਪੈਰ ਤੇ ਕੁਹਾੜੀ ਆਪ ਮਾਰਨੀ, ਉਹ ਅਸੀਂ ਕਰ ਬੈਠੇ ਹਾਂ। ਪਹਿਲਾਂ ਤਾਂ ਅਸੀਂ ਇਹਨੂੰ ਚੁਣ ਲਿਆ, ਉਹ ਇੱਕ ਕੁਹਾੜੀ ਵੱਜ ਗਈ। ਦੂਸਰੀ ਕਿਸੇ ਨੇ ਇਹਨੂੰ ਚਿੱਠੀ ਲਿਖ ਕੇ ਕਹਿ ਦਿੱਤਾ ਵੀ ਰੇਡੀਓ ਬਹੁਤ ਚੰਗਾ ਸਾਧਨ ਹੈ, ਤੂੰ ਉਹਦੇ ਤੇ ਬੋਲਿਆ ਕਰ, ਤੂੰ ਸਾਰੀ ਦੁਨੀਆ ਤੱਕ ਜਾਏਗਾ। ਉਹ ਦੂਸਰੀ, ਹੁਣ ਜਿਹਨੇ ਚਾਹਨੇ ਚਿੱਠੀ ਲਿਖੀ ਹੋਣੀ ਉਹ ਕਹਿੰਦਾ ਹੋਣਾ ਕੀ ਇਹਨੂੰ ਸਿਆਪਾ ਪਾ ਲਿਆ। ਹੁਣ ਇਦਾਂ ਦੀ ਮਨ ਕੀ ਬਾਤ ਦਾ ਕੋਈ ਫਾਇਦਾ ਨਹੀਂ ਮੋਹਿਤ ਜੀ, ਜਿਸੇ ਤੁਸੀਂ ਆਪਦੀਆਂ ਕਰ ਲਓ, ਅਗਲੇ ਦੀ ਸੁਣੋ ਨਾ। ਉਹ ਕੋਈ ਗੱਲ, ਤੁਸੀਂ ਮੈਨੂੰ ਆਪਦੀਆਂ ਗੱਲਾਂ ਸਾਰੀਆਂ ਸੁਣਾ ਦਿਓ, ਮੈਂ ਜਦੋਂ ਸੁਣਾਉਣ ਲੱਗਾ ਵੀ ਭਾਈ ਮੈਨੂੰ ਆਹ ਲੱਗਦਾ, ਆਹ ਨਹੀਂ ਹੈਗਾ, ਉਦੋਂ ਤੁਸੀਂ ਕਹੋ ਜੀ ਭਾਈ ਮੇਰੇ ਤੇ ਕੰਨ ਬੰਦ ਆ, ਫਿਰ ਮੈਂ ਕਹੂੰਗਾ ਵੀ
ਤੇਰੀਆਂ ਫਿਰ ਮੈਂ ਕਿਉਂ ਸੁਣਾ। ਹੁਣ ਅਸੀਂ ਲੋਕ ਜਿਹੜੇ ਨੇ ਮਜਬੂਰੀ ਦੇ ਨੂੰ ਕਿਤੇ ਨਾ ਕਿਤੇ ਸੁਣ ਲੈਂਦੇ ਆ, ਜਾਂ ਚੈਨਲ ਵਾਲੇ ਸੁਣ ਲੈਂਦੇ ਆ, ਖਬਰ ਬਣਾਉਣੀ ਹੁੰਦੀ ਸਵੇਰ ਨੂੰ ਵੀ ਕੀ ਇਹਨੇ ਘੋਲਿਆ, ਹਨਾ। ਹੁਣ ਕਰੋਨਾ ਦੇ ਵਿੱਚ ਹੁੰਦਾ ਸੀ ਕਿ ਹਰ ਐਤਵਾਰ ਆਉਣਾ ਭਾਈ, ਸਾਨੂੰ ਕੋਈ ਨਾ ਕੋਈ ਟਾਸਕ ਦੇ ਜਾਣਾ ਵੀ ਲੋਕੀ ਜਿਹੜੇ ਨੇ ਆ ਟਾਸਕ ਕਰਦੇ ਰਹਿਣ ਤੇ ਕਰੋਨਾ ਵਾਲਾ ਨਾ ਸੋਚਣ। ਅੱਜ ਤੱਕ ਮਨ ਕੀ ਬਾਤ ਨੇ ਕੁਝ ਸਵਾਰਿਆ ਹੋਵੇ ਤੇ ਮੈਂ ਕਹਿੰਦਾ ਕਿ ਰਿਕਾਰਡਡ ਹੋਵੇ ਤਾਂ ਗੱਲ ਬਣਦੀ ਵੀ ਆ, ਉਹ ਕੁਝ ਸਵਾਰ ਨਹੀਂ ਰਹੀ ਤੇ ਉਹ ਇਦਾਂ ਦੀਆਂ ਮਨ ਕੀ ਬਾਤਾਂ ਕਰਨ ਦਾ ਕੋਈ ਫਾਇਦਾ ਵੀ ਨਹੀਂ ਹੈ। ਸੋ ਖਰ ਸਾਹਿਬ, ਜੇਕਰ ਗੱਲ ਕਰੀਏ ਇਸ ਕਿਸਾਨੀ ਅੰਦੋਲਨ ਦੇ ਵਿੱਚ, ਤਾਂ ਬੇਸਿਕਲੀ ਇਹ ਇੱਕ ਲੋਕ ਅੰਦੋਲਨ ਬਣ ਚੁੱਕਾ ਹੈ, ਜਿਸ ਵਿੱਚ ਆਮ ਵਿਅਕਤੀ ਵੀ ਸ਼ਾਮਲ ਹੋ ਚੁੱਕਿਆ ਹੈ। ਕਾਫੀ ਸਾਰੇ ਜਿਹੜੇ ਵਿਅਕਤੀ ਨੇ ਜੋ ਕਿ ਅਲੱਗ-ਅਲੱਗ ਕੈਟਾਗਰੀਜ਼ ਤੋਂ ਨੇ, ਚਾਹੇ ਉਹ ਸਪੋਰਟਸਮੈਨ ਹੋਣ, ਚਾਹੇ ਉਹ ਐਕਸ ਸਰਵਿਸਮੈਨ ਹੋਣ, ਜਾਂ ਭਾਵੇਂ ਜਿਹੜੇ ਟੀਚਰਸ ਨੇ ਜਿਨ੍ਹਾਂ ਨੂੰ ਸਰਕਾਰੀ ਨੌਕਰੀ ਨਹੀਂ ਮਿਲ ਰਹੀ ਐਂਡ ਸਰਕਾਰ ਦੇ ਝੂਠੇ ਜਿਹੜੇ ਨੇ ਉਹ ਜਿਹੜੇ ਵਾਅਦੇ ਨੇ ਉਹਨਾਂ ਨੂੰ ਬਰਦਾਸ਼ਤ ਕਰ ਰਹੀ ਹੈ। ਸੋ ਹੁਣ ਇਹਨਾਂ ਦੇ ਵਿੱਚ ਜਿਹੜੇ ਚਿਪਕੋ ਅੰਦੋਲਨ ਹੋਇਆ ਸੀਗਾ ਭਾਰਤੀ, ਅਸੀਂ ਕਹਿ ਸਕਦੇ ਕਿ ਇਤਿਹਾਸ ਦੇ ਵਿੱਚ, ਹੈ ਨਾ, ਉਹਨਾਂ ਦੇ ਜਿਹੜੇ ਅੰਦੋਲਨਕਾਰੀ ਸੀਗੇ, ਉਹਨਾਂ ਦੇ ਜਿਹੜੇ ਨੇਤਾ ਸੀਗੇ, ਉਹ ਵੀ ਹੁਣ ਇਸ ਨੂੰ ਸਮਰਥਨ ਦੇ ਚੁੱਕੇ ਨੇ। ਇਸ ਤੋਂ ਪਹਿਲਾਂ ਅਸੀਂ ਦੇਖਿਆ ਕਿ ਜਿਹੜੀ ਮਜ਼ਦੂਰ ਪੂਰੀ ਯੂਨੀਅਨ ਹੈ ਉਹ ਵੀ ਪੂਰਾ ਸਮਰਥਨ ਦੇ ਚੁੱਕੀ ਹੈ। ਸੋ ਇੰਨਾ ਮਤਲਬ ਜਿਹੜਾ ਆਵਾਜ਼ ਹੈ ਨਾ ਉਹ ਵੱਡੀ ਹੁੰਦੀ ਜਾ ਰਹੀ ਹੈ, ਜਿਹੜਾ ਦਾਇਰਾ ਵਾ ਉਹ ਵੱਡਾ ਹੁੰਦਾ ਜਾ ਰਿਹਾ ਵਾ, ਪਰ ਜਿਹੜਾ ਦਿਮਾਗ ਜਾਂ ਫਿਰ ਜਿਹੜੇ ਕੰਨ ਨੇ ਉਹ ਉਹਨੇ ਘੁੱਟ ਕੇ ਬੰਦ ਕਰੀ ਜਾ ਰਹੇ ਨੇ ਕੇਂਦਰ ਸਰਕਾਰ ਵਾਲੇ, ਕਿਉਂਕਿ ਉਹਨਾਂ ਨੂੰ ਗੱਲ ਸੁਣਦੀ ਨਹੀਂ ਪਈ। ਦੇਖੋ ਗੱਲ ਇਹ ਹੈ ਕਿ ਗੱਲ ਉਹਨਾਂ ਨੂੰ ਸੁਣ ਗਈ ਆ, ਹੁਣ ਉਹ ਅਣਸੁਣਿਆ ਕਰਦੇ ਨੇ। ਪਹਿਲਾਂ ਤੇ ਇਹ ਕਹਿਣਾ ਬਹੁਤ ਜ਼ਰੂਰੀ ਹੈ ਜੀ। ਦੂਸਰੇ ਬੰਨੇ ਦੇਖੋ, ਜੇ ਕਸ਼ਟ 'ਚ ਜਾ ਕੇ ਤੁਸੀਂ ਕਿਸੇ ਦੇ ਨਾਲ ਗੱਲ ਕਰ ਰਹੇ ਹੋ ਤੇ ਸੁਣਾ ਕਿਹਨੂੰ ਰਹੇ ਹੋ, ਉਹ ਸਾਨੂੰ ਸੁਣਾ ਰਹੇ ਨੇ, ਉਹਨਾਂ ਕਿਸਾਨਾਂ ਨੂੰ ਸੁਣਾ ਰਹੇ ਨੇ ਜਿਹੜੇ ਦਿੱਲੀ ਦੇ ਵਿੱਚ ਸੰਘਰਸ਼ ਕਰ ਰਹੇ ਨੇ ਜੀ। ਚਿਪਕੋ ਅੰਦੋਲਨ ਆਪਣੀ ਇੱਕ ਵੱਡੀ ਸਫਲਤਾ ਲਈ ਜਾਣਿਆ ਜਾਂਦਾ ਹੈ। ਇਹ ਇਦਾਂ ਦਾ ਅੰਦੋਲਨ ਸੀਗਾ ਜਿੱਥੇ ਉਹਨਾਂ ਨੇ ਦਰਖਤਾਂ ਨੂੰ ਬਚਾਉਣ ਦੇ ਲਈ ਉਹਨਾਂ ਦੇ ਨਾਲ ਚਿਪਕਣਾ ਸ਼ੁਰੂ ਕਰ ਦਿੱਤਾ ਸੀਗਾ, ਘੇੜੇ ਬਣਾ ਕੇ ਉਹਨਾਂ ਨੂੰ ਜੱਫੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ। ਹੁਣ ਕਿਸਾਨ ਜਿਹੜੇ ਨੇ ਉਹਨਾਂ ਦੇ ਇਹਦਾ ਜਿਹੜਾ ਸਮਰਥਨ ਮਿਲਣਾ ਇੱਕ ਬਹੁਤ ਵੱਡੀ ਤੇ ਚੰਗੀ ਖਬਰ ਹੈ। ਇਹ ਸਮਰਥਨ ਦੇਖੋ ਇੱਕ ਇਕੱਲੇ ਇਹਨਾਂ ਤੋਂ ਨਹੀਂ ਮਿਲਿਆ, ਜਿਨ੍ਹਾਂ ਦੇ ਨਾਲ ਮੋਦੀ ਸਾਹਿਬ ਹੁਣੀ ਗੱਲ ਕਰ ਰਹੇ ਸੀਗੇ ਕਾਸ਼ ਦੇ ਵਿੱਚ, ਉਹਨਾਂ ਦੇ ਵਿੱਚੋਂ ਵੀ ਕੁਝ ਕਿਸਾਨ ਜਿਹੜੇ ਨੇ ਉਹ ਕਹਿੰਦੇ ਨੇ ਕਿ ਅਸੀਂ ਦਿੱਲੀ ਜਾਵਾਂਗੇ, ਉੱਥੇ ਜਿਹੜਾ ਹੈ ਧਰਨੇ ਦੇ ਵਿੱਚ ਬੈਠਾਂਗੇ ਤੇ ਕਿਸਾਨਾਂ ਦੀ ਮਦਦ ਕਰਾਂਗੇ। ਇਸ ਤੋਂ ਇਲਾਵਾ ਮੱਧ ਪ੍ਰਦੇਸ਼, ਜਿੱਥੇ ਆਪਾਂ ਕਹਿੰਦੇ ਕਿ ਅੱਜ ਸੰਬੋਧਨ ਕਰਨਾ ਹੈ, ਉੱਥੋਂ ਪਹਿਲਾਂ ਵੀ ਆ ਚੁੱਕੇ ਨੇ ਉਹ ਲੋਕ, ਆ ਚੁੱਕੇ ਨੇ ਜਿਨ੍ਹਾਂ ਦੀ ਬਾਸਮਤੀ ਜਿਹੜੀ ਹੈ ਉਹਨੂੰ ਘੱਟ ਜਿਹੜਾ ਹੈ MSP ਤੋਂ ਥੱਲੇ ਖਰੀਦਿਆ ਜਾਂਦਾ ਹੈ। ਠੀਕ ਹੈ, ਕਿਤੇ ਨਾ ਕਿਤੇ ਤੁਸੀਂ ਦੇਖੋ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਹ ਲੋਕ ਅੰਦੋਲਨ ਬਣਿਆ ਹੈ, ਇਹ ਲੋਕ ਅੰਦੋਲਨ ਤਾਂ ਹੀ ਬਣਿਆ ਹੈ ਕਿਉਂਕਿ ਇਹ ਲੋਕਾਂ ਦਾ ਨਿਰੋਲ ਮਸਲਾ ਆ। ਸਰਕਾਰ ਜਿਹੜੀ ਹੈ ਲਗਾਤਾਰ ਇਹ ਕਹਿੰਦੀ ਹੈ ਕਿ ਕਿਸਾਨ ਜਿਹੜੇ ਨੇ ਉਹ ਗੁੰਮਰਾਹ ਨੇ, ਪਰ ਕਿਤੇ ਨਾ ਕਿਤੇ ਸਰਕਾਰ ਨੂੰ ਹੁਣ ਸਮਝਣਾ ਚਾਹੀਦਾ ਕਿ ਇੱਕ ਬੰਦਾ ਗੁੰਮਰਾਹ ਹੁੰਦਾ, ਦੋ ਬੰਦਾ ਗੁੰਮਰਾਹ ਹੁੰਦਾ, ਦੋ ਸੂਬੇ ਗੁੰਮਰਾਹ ਹੋ ਜਾਣਗੇ। ਪੂਰਾ ਪੰਜਾਬ, ਪੂਰਾ ਜਿਹੜਾ ਸਾਡਾ ਇੰਡੀਆ ਹੈ, ਇਹ ਕਿਤੇ ਕਿਤੇ ਨਾ ਗੁੰਮਰਾਹ ਨਹੀਂ ਹੋ ਸਕਦਾ। ਸੋ ਗੁੰਮਰਾਹ ਵਾਲਾ ਜਿਹੜਾ ਤੂਤੀ ਹੈ ਇਹ ਬੋਲਣੀ ਛੱਡ ਦੇਣੀ ਚਾਹੀਦੀ ਹੈ ਉਹਨਾਂ ਨੂੰ। ਔਰ ਤੁਸੀਂ ਦੇਖੋ ਕਿ ਕੱਲਾ ਜਿਹੜਾ ਹੈ ਜਿਹੜੇ ਆਪਾਂ ਕਹਿ ਲਈਏ ਕਿ ਸਮਰਥਨ ਕੱਲਾ ਚਿਪਕੋ ਅੰਦੋਲਨ ਵਾਲੇ ਤੋਂ ਨਹੀਂ ਮਿਲਿਆ ਹੈਗਾ, ਉਸ ਤੋਂ ਇਲਾਵਾ ਰਿਟਾਇਰ ਫੌਜੀ ਆਉਂਦੇ ਨੇ ਉੱਥੇ, ਜਿਹੜੇ ਇਕੋਨੋਮਿਸਟ ਨੇ ਪੀ ਸਾਈਨਾਥ ਉਹ ਆਉਂਦੇ ਨੇ ਉੱਥੇ, ਬਹੁਤ ਸਾਹਿਤਕਾਰ ਆਉਂਦੇ ਨੇ, ਜਿਹੜੇ ਸਾਡੇ ਐਕਟਰਸ ਨੇ ਉਹ ਆਉਂਦੇ ਨੇ, ਪ੍ਰਿਯੰਕਾ ਚੋਪੜਾ ਵੀ ਲਗਾਤਾਰ ਟਵੀਟ ਕਰ ਰਹੀ ਹੈ। ਤਾਂ ਤੁਸੀਂ ਦੇਖੋ ਕਿਤੇ ਨਾ ਕਿਤੇ ਇਹ ਅੰਦੋਲਨ ਜਿਹੜਾ ਹੈ ਹੁਣ ਤਾਂ ਯੂਨੀਵਰਸਲ ਅੰਦੋਲਨ ਕਹਿ ਲਈਏ ਤੇ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੈ। ਬਿਲਕੁਲ। ਖੈਰ ਸਾਹਿਬ, ਜੇਕਰ ਗੱਲ ਕਰੀਏ ਇਸ ਪੂਰੇ ਕਿਸਾਨੀ ਸੰਘਰਸ਼ ਦੇ ਬਾਰੇ, ਤਾਂ ਜਿਹੜੀ ਕੇਂਦਰ ਸਰਕਾਰ ਹੈ, ਜਿਹੜੇ ਉਹਨਾਂ ਦੇ ਪਾਰਟੀ ਵਰਕਰ ਨੇ, ਉਹ ਲਗਾਤਾਰ ਇਸ ਅੰਦੋਲਨ ਨੂੰ, ਸੰਘਰਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆਏ ਨੇ। ਚਾਹੇ ਜੀ ਕਿਸੇ ਹੋਰ ਨਾਮ ਨਾਲ, ਐਲੀਮੈਂਟ ਨਾਲ ਜੋੜਤਾ, ਪਾਕਿਸਤਾਨ ਨਾਲ ਜੋੜਤਾ, ਖਾਲਿਸਤਾਨ ਨਾਲ ਜੋੜਤਾ, ਚੀਨ ਨਾਲ ਜੋੜਤਾ, ਕਾਫੀ ਜਗ੍ਹਾ ਨਾਲ ਜੋੜ ਦਿੱਤਾ। ਠੀਕ ਹੈ, ਫਿਰ ਇਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਹਾਂ ਵੀ ਆ ਤਾਂ ਐਂਟੀ ਨੈਸ਼ਨਲਿਸਟ ਨੇ ਜੀ। ਠੀਕ ਹੈ, ਅਨਕਨਸਟੀਟਿਊਸ਼ਨਲ ਹੈ ਨਾ, ਜਦ ਕਿ ਜਿਹੜਾ ਗੈਰ ਸੰਵਿਧਾਨਿਕ ਕੰਮ ਹੈ ਉਹ ਤਾਂ ਆਪ ਕਰ ਰਹੇ ਨੇ। ਜੇਕਰ ਮੈਂ ਹੁਣ ਥੋੜਾ ਇਧਰੋਂ ਦੀ ਨਿਕਲ ਕੇ ਅਸੀਂ ਪਹੁੰਚਦੇ ਹਾਂ ਵੈਸਟ ਬੰਗਾਲ, ਜਿੱਥੇ ਕਿ ਹੁਣ ਇਲੈਕਸ਼ਨ ਸ਼ੁਰੂ ਹੋਣ ਜਾ ਰਹੇ ਨੇ, ਉੱਥੇ ਕੀ ਕੀਤਾ ਜਾ ਰਿਹਾ? ਉੱਥੇ ਜਿਹੜੇ ਆਲਰੇਡੀ ਜਿਹੜੇ ਲੀਡਰ ਨੇ, ਜਿਹੜੇ ਨੇਤਾ ਨੇ, ਜਿਹੜੇ TMC ਵਿੱਚ ਨੇ, ਉਹਨਾਂ ਨੂੰ ਖਰੀਦਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਐਂਡ ਹਰ ਵਾਰੀ ਅਸੀਂ ਦੇਖਿਆ ਕਿ ਜੇ ਸੂਬੇ ਵਿੱਚ ਇਹਨਾਂ ਦੀ ਗੱਲਬਾਤ ਨਹੀਂ ਚੱਲਦੀ, ਸੋ ਉੱਥੇ ਕੀਮਤ ਲਗਾਈ ਜਾਂਦੀ ਹੈ, ਬੋਲੀ ਲਗਾਈ ਜਾਂਦੀ ਹੈ। ਐਂਡ ਤਾਂ ਹੀ ਪਿੱਛੇ ਜੀ ਆਪਾਂ ਜਿਹੜਾ ਬੜਾ ਵੱਡਾ ਰੌਲਾ ਵੇਖਿਆ ਸੀਗਾ ਕਿ ਰਾਜਸਥਾਨ ਦੇ ਸਾਰੇ ਜਿਹੜੇ ਮਿਨਿਸਟਰ ਸੀਗੇ ਉਹਨਾਂ ਨੂੰ ਹੋਟਲ ਵਿੱਚ, ਮੈਂ ਕਹਿੰਦਾ, ਨਜ਼ਰਬੰਦ ਕਰ ਦਿੱਤਾ ਸੀਗਾ। ਉੱਥੋਂ ਦੀ ਜਿਹੜੀ ਗਹਿਲੋਤ ਸਰਕਾਰ ਸੀਗੀ, ਫਿਰ ਉਹਨਾਂ ਨਾਲ ਗੱਲਬਾਤ ਕੀਤੀ ਗਈ, ਫਿਰ ਕਾਫੀਆਂ ਨੇ ਕਿਹਾ ਕਿ ਹਾਂ ਵੀ ਸਾਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ, ਇਹ ਉਹ ਇਹੋ ਜਿਹੇ ਡਰਾਮੇ ਮੈਂ ਕਹਿੰਦਾ ਕਾਫੀ ਸੂਬਿਆਂ ਵਿੱਚ ਹੋ ਚੁੱਕੇ ਨੇ। ਮੱਧ ਪ੍ਰਦੇਸ਼ ਵਿੱਚ ਹੋ ਚੁੱਕੇ ਨੇ, ਮਹਾਰਾਸ਼ਟਰ ਵਿੱਚ ਹੋ ਚੁੱਕੇ ਨੇ, ਗੋਆ ਵਿੱਚ ਹੋ ਚੁੱਕੇ ਨੇ। ਸੋ ਹੁਣ ਵਾਰੀ ਆਈ ਹੈ ਵੈਸਟ ਬੰਗਾਲ ਦੀ। ਸੋ ਬੇਸਿਕਲੀ ਇਹਨਾਂ ਦਾ ਇੱਕੋ ਹੀ ਟੀਚਾ ਵਾ ਕਿ ਪੂਰੇ ਭਾਰਤ ਵਿੱਚ ਅਸੀਂ BJP ਪਾਰਟੀ ਲੈ ਕੇ ਆਈ ਜੀ, ਜੋ ਕਿ ਮੈਨੂੰ ਲੱਗਦਾ ਨਹੀਂ ਕਿ ਹਰ ਸੂਬੇ ਵਿੱਚ ਮੁਮਕਿਨ ਹੋਵੇ, ਕਿ ਪੰਜਾਬ ਵਿੱਚ ਤਾਂ ਕਦੇ ਵੀ ਮੁਮਕਿਨ ਨਹੀਂ ਹੋਣ ਵਾਲੀ। ਪਰ ਜਿੱਥੇ ਇੱਕ ਮੈਂ ਕਹਾਂ ਕਿ ਮਮਤਾ ਬੈਨਰਜੀ ਦਾ ਬੜਾ ਵੱਡਾ ਗੜ੍ਹ ਮੰਨਿਆ ਜਾਂਦਾ ਹੈ ਵੈਸਟ ਬੰਗਾਲ, ਉੱਥੇ ਜਿਹੜੀ ਹੈ ਕਾਫੀ ਚੁਣੌਤੀ ਜਿਹੜੀ ਹੈ ਮਮਤਾ ਬੈਨਰਜੀ ਨੂੰ ਹੁਣ ਸ਼ਾਇਦ ਸਾਹਮਣਾ ਕਰਨੀ ਪੈ ਸਕਦੀ ਹੈ, ਕਿਉਂਕਿ ਕਾਫੀ ਸਾਰੇ ਜਿਹੜੇ ਲੀਡਰ ਨੇ ਉਹ ਆਪਣਾ ਅਸਤੀਫਾ ਦੇ ਰਹੇ ਨੇ ਤੇ ਸਿੱਧੇ ਅਸਿੱਧੇ ਤੌਰ ਤੇ BJP ਦੇ ਨਾਲ ਜੁੜ ਰਹੇ ਨੇ। ਜਿਹੜੇ ਤੁਸੀਂ ਕਹਿੰਦੇ ਹੋ ਖਰੀਦੋ ਫਰੋਖਤ ਹੋ ਰਹੀ ਹੈ, ਨਿਊਜ਼ ਚੈਨਲ ਵਾਲੇ ਅੱਜ ਕੱਲ੍ਹ ਗੱਲ ਕਰ ਰਹੇ ਨੇ ਹਾਰਸ ਟ੍ਰੇਡਿੰਗ ਦੀ। ਲਗਾਤਾਰ ਜਿਹੜਾ ਹੈ ਬੋਲੀ ਤੇ ਬੋਲੀ ਲੱਗਦੀ ਹੈ। ਤੁਸੀਂ ਜਿਵੇਂ ਕਿਹਾ ਕਿ ਇਹ ਮਹਾਰਾਸ਼ਟਰ ਦੇ ਵਿੱਚ ਵੀ ਹੋਇਆ, ਮੱਧ ਪ੍ਰਦੇਸ਼ 'ਚ ਵੀ ਹੋਇਆ, ਗੋਆ ਦੇ ਵਿੱਚ ਵੀ ਹੋਇਆ।
ਔਰ ਇੱਕ ਦੇਖੋ, ਤੁਸੀਂ ਦੇਖੋ ਇੰਟਰਨੈਸ਼ਨਲੀ ਤੁਹਾਡੀ ਜਿਹੜੀ ਇਮੇਜ ਹੈ ਉਹ ਕਿੰਨੀ ਗੰਦੀ ਹੋਣ ਰਹੀ ਹੈ। ਤੁਸੀਂ ਦੇਖੋ ਕਿ ਲਗਾਤਾਰ ਪਿੱਛੇ ਜਦੋਂ ਮੱਧ ਪ੍ਰਦੇਸ਼ ਦੀ ਗੱਲ ਹੋਣ ਰਹੀ ਸੀਗੀ, ਉਦੋਂ CNN ਲਿਖਦਾ ਹੈ ਕਿ ਇੰਡੀਆ ਜਿਹੜਾ ਹੈ, ਜਿੱਥੇ ਸਭ ਤੋਂ ਵੱਡਾ ਲੋਕਤੰਤਰ ਹੈ, ਉੱਥੇ ਹਾਰਸ ਟ੍ਰੇਡਿੰਗ ਜਿਹੜੀ ਹੈ, ਖਰੀਦੋ ਫਰੋਖਤ ਜਿਹੜੀ ਹੈ ਆਮ ਹੋ ਗਈ ਹੈ। ਸੋ ਆਮ ਜਿਹੜੀ ਹੈ ਇਹ ਤੇ ਆਮ ਆਦਮੀ ਪਾਰਟੀ ਜਿਹੜੀ ਆਊਗੀ ਸ਼ਾਇਦ ਖਤਮ ਹੋ ਸਕਦੀ ਹੈ। ਦੂਸਰੇ ਬੰਨੇ ਬੀਜੇਪੀ ਦੀ ਗੱਲ ਕਰਾਂ ਤੇ ਉਹਨਾਂ ਨੇ ਇਹ ਅਸੂਲ ਕਰ ਲਿਆ ਕਿ ਉਂਗਲੀ ਚਾਹੇ ਟੇਢੀ ਕਰਨੀ ਪਵੇ ਚਾਹੇ ਸਿੱਧੀ ਕਰਨੀ ਪਵੇ, ਪਰ ਲਿਆਉਣੀ ਅਸੀਂ ਬੀਜੇਪੀ ਆ। ਸੋ ਕਿਤੇ ਨਾ ਕਿਤੇ ਦੇਖੋ, ਜਿੱਥੇ ਅਸੀਂ ਪੱਛਮੀ ਬੰਗਾਲ ਦੀ ਗੱਲ ਕਰਦੇ ਹਾਂ, ਤ੍ਰਿਣਮੂਲ ਕਾਂਗਰਸ ਦੀ ਗੱਲ ਕਰਦੇ ਹਾਂ, ਤੇ ਇਹ ਉਹਦੇ ਲਈ ਵੀ ਬਹੁਤ ਵੱਡਾ ਧੱਕਾ ਹੈ। ਕਿਉਂਕਿ ਮੈਨੂੰ ਤਾਂ ਲੱਗਦਾ ਕਿ ਸ਼ਾਇਦ ਇਹ ਲਾਲਚ ਇਦਾਂ ਦੇ ਦਿੰਦੇ ਨੇ, ਜਾਂ ਫਿਰ ਇਹ ਕਹਿ ਲਓ ਕਿ ਜਾਂ ਫਿਰ ਡਰਾ ਧਮਕਾ ਕੇ ਕਰਦੇ ਨੇ, ਪਰ ਜਿੱਦਾਂ ਵੀ ਕਰ ਰਹੇ ਨੇ ਇਹ ਲੋਕਤੰਤਰ ਦੇ ਲਈ ਬਹੁਤ ਮਾੜੀ ਗੱਲ ਹੈ। ਸੋ ਵਾਕਈ ਜਿਹੜੀ ਲੋਕਤੰਤਰ ਦੀ ਜਿਹੜੀ ਹੱਤਿਆ ਹੈ ਲਗਾਤਾਰ ਬੀਜੇਪੀ ਕਰ ਰਹੀ ਹੈ, ਤੇ ਜੇਕਰ ਕੋਈ ਹੋਰ ਆਵਾਜ਼ ਚੁੱਕੇ ਤਾਂ ਉਹਨਾਂ ਨੂੰ ਗੈਰ ਸੰਵਿਧਾਨਿਕ ਕਿਹਾ ਜਾਂਦਾ ਹੈ। ਸੋ ਇੱਕ ਗਾਣਾ ਹੈ ਕਿ ਹਾਂ ਵੀ ਮੈਂ ਕਰੂੰ ਤੋਂ ਕਰੈਕਟਰ ਢੀਲਾ ਹੈ ਨਾ, ਜਦ ਕਿ ਖੁਦ ਪਾਵਰ ਵਿੱਚ ਸਾਰੇ ਮੰਤਰੀ ਉਹਨਾਂ ਦੇ ਆਪਣੇ ਐਂਡ ਜੋ ਮਰਜ਼ੀ ਕਰੀ ਜਾਣ, ਤੇ ਕੋਈ ਉਹਨਾਂ ਨੂੰ ਕੁਝ ਕਵੇ ਤਾਂ ਉਹਨਾਂ ਨੂੰ ਉਲਟਾ ਬੋਲ ਦਿੰਦੇ ਨੇ। ਸੋ ਜਿਹੜਾ ਸਿਲਸਿਲਾ ਹੈ ਭਾਰਤ ਵਿੱਚ ਜਾਂ ਫਿਰ ਅਲੱਗ-ਅਲੱਗ ਕੋਨਿਆਂ ਦੇ ਵਿੱਚ ਭਾਰਤ ਦੇ ਉਹ ਜਾਰੀ ਹੈ। ਹੁਣ ਇਹਨਾਂ ਨੂੰ ਕੌਣ ਮੁਕਾਬਲਾ ਦਿੰਦਾ ਹੈ, ਕਦੋਂ ਹੈ, ਮੈਂ ਕਹਿੰਦਾ ਇਹਨਾਂ ਨੂੰ ਸਮਝ ਆਉਂਦੀ ਹੈ, ਉਹ ਥੋੜਾ ਵਕਤ ਦੱਸੇਗਾ। ਪਰ ਹੁਣ ਥੋੜਾ ਵਕਤ ਹੋ ਗਿਆ ਕਿ ਹਾਂ ਵੀ ਅਸੀਂ ਹੁਣ ਫੋਰਨ ਪਹੁੰਚੀਏ, ਹੈ ਨਾ, ਅਮਰੀਕਾ ਕੈਨੇਡਾ ਘੁੰਮੀਏ, ਉੱਥੋਂ ਦੀ ਗੱਲਾਂ ਪਤਾ ਕਰੀਏ, ਕਿਉਂਕਿ ਸਾਡੇ ਦਰਸ਼ਕ ਨੇ ਜਿਹੜੇ ਨੇ ਉਹ ਵਰਲਡ ਵਾਈਡ ਬੈਠੇ ਨੇ, ਫਿਰ ਉੱਥੋਂ ਦੀ ਗੱਲਾਂ ਜਾਣਨ 'ਚ ਕਾਫੀ ਇੰਟਰਸਟਡ ਨੇ। ਸੋ ਗੱਲ ਕਰੀਏ ਹੁਣ ਕਰੋਨਾ ਵੈਕਸੀਨੇਸ਼ਨ ਦੀ, ਤਾਂ ਫਾਈਜ਼ਰ ਤੋਂ ਬਾਅਦ ਇੱਕ ਮੋਡਰਨਾ ਕੰਪਨੀ ਹੈ, ਉਹਨਾਂ ਦੀ ਜਿਹੜੀ ਦਵਾਈ ਹੈ ਉਹਨਾਂ ਨੂੰ ਜਿਹੜੀ ਅਮਰੀਕੀ ਜਿਹੜੀ ਸਰਕਾਰ ਹੈ ਜਾਂ ਫਿਰ FDA ਜਿਹੜਾ ਕਹੀਏ ਆਪਾਂ, ਹੈ ਨਾ, ਫੂਡ ਐਂਡ ਡਰੱਗਸ ਜਿਹੜੀ ਐਸੋਸੀਏਸ਼ਨ ਹੈ, ਉਹ ਹੁਣ ਸ਼ਾਇਦ ਉਸ ਨੂੰ ਮਾਨਤਾ ਦੇ ਸਕਦੀ ਹੈ। ਦੇਖੋ, ਅਮਰੀਕਾ ਵਰਗਾ ਮੁਲਕ ਜਿੱਥੇ ਅਸੀਂ ਕਹਿ ਰਹੀਏ ਕਿ ਟਰੰਪ ਸਾਹਿਬ ਹੋਣਾ ਨੇ ਜਾਂਦੇ ਜਾਂਦੇ ਇੱਕ ਕੰਮ ਜਿਹੜਾ ਚੰਗਾ ਕੀਤਾ ਸੀ ਕਿ ਜਿਹੜੀ ਕਰੋਨਾ ਰਿਸਰਚ ਸੀਗੀ ਉਹਨੂੰ ਹੱਥੋਂ ਬੜੇ ਖੁੱਲੀ ਹੱਥੀ ਜਿਹੜੇ ਸੀ ਉਹ ਪੈਸੇ ਵੱਡੇ ਸੀ। ਰਾਈਟ, ਠੀਕ ਹੈ। ਤਾਂ ਇੱਕ ਕਿਤੇ ਨਾ ਕਿਤੇ ਉਦੋਂ ਵੀ ਕਿਹਾ ਜਾਂਦਾ ਸੀ ਕਿ ਜਦੋਂ ਦਵਾਈ ਨਿਕਲਣੀ ਹੈ ਉਹ ਅਮਰੀਕਾ ਦੀਆਂ ਰਿਸਰਚ ਏਜੰਸੀਆਂ ਨੇ ਉਹ ਨਿਕਲਣੀ ਹੈ। ਜਿਹੜੀ ਫਾਈਜ਼ਰ ਦੀ ਆਪਾਂ ਗੱਲ ਕਰ ਰਹੇ ਹਾਂ, ਉਹ ਜਰਮਨ ਦੇ ਨਾਲ ਮਿਲ ਕੇ ਜਿਹੜੀ ਹੈ, ਜਰਮਨ ਦੀ ਬਾਇਓਟੈਕ ਦੇ ਨਾਲ ਮਿਲ ਕੇ ਜਿਹੜਾ ਹੈ ਅਮਰੀਕਨ ਕੰਪਨੀ ਨੇ ਇੱਕ ਦਵਾਈ ਜਿਹੜੀ ਹੈ ਬਣਾ ਲਈ, ਜਿਹੜੀ ਸਭ ਤੋਂ ਕਾਰਗਰ ਹੋਈ। ਹੁਣ ਜਿਹੜੀ ਦੂਸਰੀ ਤੁਸੀਂ ਕਹਿ ਰਹੇ ਹੋ ਮੋਡਰਨਾ ਜਿਹੜੀ ਹੈ, ਉਹ ਵੀ ਕਿਤੇ ਨਾ ਕਿਤੇ ਲੱਗ ਰਿਹਾ ਹੈ ਕਿ ਉਹ ਜਿਹੜੀ ਹੈ ਥਰਡ ਟ੍ਰਾਇਲ ਤੋਂ ਬਾਅਦ ਇੱਕ ਚੰਗੇ ਨਤੀਜੇ ਲੈ ਕੇ ਆਈ ਹੈ, ਇਸ ਲਈ ਉਹ ਲੱਗ ਸਕਦੀ ਹੈ। ਬਾਕੀ ਜਦੋਂ ਹੁਣ ਇਹ ਕਹੋਗੇ ਨਾ ਕਿ ਜਦੋਂ WHO ਇਹਦੇ ਉੱਤੇ ਕੋਈ ਕਮੈਂਟ ਕਰਦਾ ਹੈ ਜਾਂ ਫਿਰ ਇਹਨਾਂ ਦਾ ਜਿਹੜਾ ਐਸੋਸੀਏਸ਼ਨ ਹੈ ਜਿਹੜੀ ਫੂਡ ਐਂਡ ਡਰੱਗ ਹੈ, ਉਸ ਤੋਂ ਬਾਅਦ ਇਹ ਜਿਹੜਾ ਹੈ ਉਹ ਇਹਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ। ਪਰ ਇੱਕ ਤਰੀਕੇ ਨਾਲ ਇਹ ਬਹੁਤ ਚੰਗੀ ਖਬਰ ਹੈ। ਔਰ ਕਰੋਨਾ ਦੇ ਲਈ ਜਿਹੜੀ, ਕਿਉਂਕਿ ਅਮਰੀਕਾ ਦੇ ਵਿੱਚ ਲਗਾਤਾਰ ਕਰੋਨਾ ਜਿਹੜਾ ਹੈ ਉਹ ਆਪਣਾ ਖਤਰਾ ਜਿਹੜਾ ਹੈ ਉਹ ਪੂਰੀ ਤਰੀਕੇ ਨਾਲ ਦਿਖਾ ਰਿਹਾ ਕਿ ਮੈਂ ਹੈਗਾ ਆ, ਇਸ ਲਈ ਉੱਥੇ ਤੇ ਇੱਕ ਬਹੁਤ ਵੱਡੀ ਖਬਰ ਹੈ ਜੀ। ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਅਮਰੀਕਾ ਦੇ ਜਿਹੜੇ ਉੱਤਰ ਪੂਰਬੀ ਸੂਬਿਆਂ ਦੇ ਵਿੱਚ ਜਿਹੜੇ ਬਰਫੀਲੇ ਤੂਫਾਨ ਹੈ ਉਹਨਾਂ ਦਾ ਕਹਿਰ ਚੱਲ ਰਿਹਾ ਹੈ, ਐਂਡ ਹੋ ਸਕਦਾ ਕਿ ਉੱਥੇ ਜਿਹੜੀ ਵੈਕਸੀਨੇਸ਼ਨ ਹੈ ਉਹ ਥੋੜਾ ਜਿਹਾ ਅੱਗੇ ਪਿੱਛੇ ਹੋ ਸਕਦੀ ਹੈ, ਕਿਉਂਕਿ ਠੰਡ ਵੀ ਬਹੁਤ ਜ਼ਿਆਦਾ ਉੱਥੇ ਵੱਧ ਰਹੀ ਹੈ। ਸਿਮਿਲਰਲੀ ਗੱਲ ਕਰੀਏ ਕੈਨੇਡਾ ਦੀ, ਤਾਂ ਕੈਨੇਡਾ ਵਿੱਚ ਵੀ ਜਿਹੜੀ ਕਾਫੀ ਬਰਫਬਾਰੀ ਹੋ ਰਹੀ ਹੈ, ਠੰਡ ਉੱਥੇ ਵੀ ਕਾਫੀ ਸਾਰੀ ਵੱਧ ਗਈ ਹੈ। ਸੋ ਕਰੋਨਾ ਵੈਕਸੀਨੇਸ਼ਨ ਦੇ ਵੀ ਜਿਹੜੇ ਥੋੜੇ ਮੋਟੇ ਜਿਹੜੇ ਸਾਈਡ ਇਫੈਕਟਸ ਆਏ ਨੇ, ਸੋ ਉਹਨਾਂ ਨੂੰ ਥੋੜਾ ਨਜ਼ਰ ਵਿੱਚ ਰੱਖਦੇ ਹੋਏ ਹੋ ਸਕਦਾ ਕਿ ਹਾਂ ਵੀ ਥੋੜਾ ਜਿਹਾ ਜਿਹੜਾ ਵੇਟ ਹੈ ਉੱਥੋਂ ਦੇ ਲੋਕਾਂ ਨੂੰ ਜਿਹੜੇ ਟੀਕੇ ਲਗਾਉਂਦੇ ਚਾਹਵਾਨ ਨੇ ਜਾਂ ਵੇਟ ਕਰ ਰਹੇ ਨੇ, ਥੋੜਾ ਉਹਨਾਂ ਨੂੰ ਜਿਹੜਾ ਵੇਟ ਹੈ ਉਹ ਕਰਨਾ ਪੈ ਸਕਦਾ। ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਆਉਣ ਵਾਲੇ ਹਫ਼ਤੇ ਦੇ ਵਿੱਚ ਜਿਹੜੇ ਅਮਰੀਕਾ ਦੇ ਜਿਹੜੇ ਨਵੇਂ ਚੁਣੇ ਗਏ ਨੇ ਰਾਸ਼ਟਰਪਤੀ, ਤਾਂ ਉਪ ਰਾਸ਼ਟਰਪਤੀ ਜਿਹੜੇ ਪੁਰਾਣੇ ਨੇ ਮਾਈਕ ਪੋਂਸ, ਉਹਨਾਂ ਨੂੰ ਵੈਕਸੀਨੇਸ਼ਨ ਹੈ ਜਿਹੜੀ ਹੈ ਉਹ ਲਗਵਾਈ ਜਾਵੇਗੀ। ਦੇਖੋ, ਉਹਨਾਂ ਨੇ ਜਿੱਦਣ ਇਹ ਨਿਊਜ਼ ਆਈ ਸੀਗੀ, ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਵੈਕਸੀਨੇਸ਼ਨ ਜਿਹੜੀ ਹੈ ਪਬਲਿਕ ਪਲੇਟਫਾਰਮ ਦੇ ਉੱਤੇ ਲਵਾਂਗੇ, ਯਾਨੀ ਕਿ ਵੈਕਸੀਨੇਸ਼ਨ ਪ੍ਰੋਸੈਸ ਜਿਹੜਾ ਹੈ ਉਹ ਲਾਈਵ ਹੋਊਗਾ। ਕਿਤੇ ਨਾ ਕਿਤੇ ਦੇਖੋ, ਇਹ ਅਮਰੀਕਾ ਵਰਗੇ ਮੁਲਕ ਤੋਂ ਤੁਸੀਂ ਇਸ ਚੀਜ਼ਾਂ ਤਵੱਕੋ ਕਰ ਸਕਦੇ ਹੋ, ਇੱਥੇ ਤਾਂ ਮੈਨੂੰ ਲੱਗਦਾ ਹੈ ਕਿ ਤੁਸੀਂ ਨਹੀਂ ਕਰ ਸਕਦੇ, ਕਿਉਂਕਿ ਲੋਕਾਂ ਦਾ ਹੌਸਲਾ ਵੱਧ ਜਾਂਦਾ ਹੈ ਜਦੋਂ ਤੁਹਾਡਾ ਕੋਈ ਲੀਡਰ ਜਿਹੜਾ ਹੈ ਉਹੀ ਦਵਾਈ ਲੈਂਦਾ ਹੈ ਜਿਹੜੀ ਤੁਸੀਂ ਲੈਂਦੇ ਹੋ। ਇੱਥੇ ਤਾਂ ਦੇਖੋ ਕਿਤੇ ਨਾ ਕਿਤੇ ਮੋਹ ਜੀ ਇੱਕ ਬਹੁਤ ਵੱਡਾ ਖਲਾਅ ਹੁੰਦਾ ਇੰਡੀਆ ਦੇ ਵਿੱਚ। ਮੈਂ ਅਕਸਰ ਯਕੀਨ ਨਹੀਂ ਰੱਖਦਾ ਕਿ ਅਸੀਂ ਦੋਨੋਂ ਚੀਜ਼ਾਂ ਨੂੰ ਕੰਪੇਅਰ ਕਰੀਏ, ਪਰ ਕਦੇ-ਕਦੇ ਬਹੁਤ ਲੋੜ ਹੁੰਦੀ ਹੈ। ਦੇਖੋ, ਇੱਥੇ ਤੁਸੀਂ ਦੇਖੋ, ਤੁਹਾਨੂੰ ਹਮੇਸ਼ਾ ਇਹਦਾ ਲੱਗਦਾ ਹੋਊਗਾ ਕਿ ਜੀ ਫਲਾਨਾ ਜੇ PM ਬਿਮਾਰ ਹੋ ਜਾਵੇ ਤਾਂ ਉਹਨੂੰ ਕਿਸੇ ਵੱਡੇ ਹਸਪਤਾਲ ਦੇ ਵਿੱਚ ਲਿਆ ਜਾਂਦਾ। ਕਦੇ ਸੁਣਿਆ ਕਿ ਉਹ ਫਲਾਨਾ PM ਜਿਹੜਾ ਹੈ ਉਹੀ ਸਰਕਾਰੀ ਹਸਪਤਾਲ ਦੇ ਵਿੱਚ ਲਿਆ ਹੋਵੇ, ਉਹੀ ਉਹਨੂੰ ਬੈੱਡ ਮਿਲਿਆ ਹੋਵੇ ਜਿੱਥੇ ਤੁਸੀਂ ਬਿਮਾਰ ਹੋ ਕੇ ਆਏ ਹੋ? ਕਦੀ ਹੋਇਆ? ਕਈ ਟੁੱਟਾ ਜਾਂ ਕੋਈ ਕਾਉਂਸਲਰ ਦੀ ਗੱਲ ਕਰ ਲਈਏ, ਕਦੀ ਉੱਥੋਂ ਹੋਇਆ? ਕਦੇ ਵੀ ਨਹੀਂ ਹੁੰਦਾ। ਸੋ ਇੱਕ ਤਰੀਕੇ ਨਾਲ ਜਿਹੜਾ VVIP ਕਲਚਰ ਹੈ ਨਾ, ਉਹ ਲੋਕਾਂ ਦਾ ਮੋਰਾਲ ਜਿਹੜਾ ਹੈ ਡਾਊਨ ਕਰਦਾ ਹੈ। ਹੁਣ ਅਮਰੀਕਾ ਵਰਗੇ ਮੁਲਕ ਜਿਹੜੇ ਹੁੰਦੇ ਨੇ, ਉਹ ਉਹੀ ਦਵਾਈਆਂ ਜਿਹੜੀਆਂ ਨੇ ਆਪ ਖਾਂਦੇ ਨੇ, ਉਹੀ ਦਵਾਈਆਂ ਉਹਨਾਂ ਦੇ ਹੋਰ ਕਿਸੇ ਨੂੰ ਮਿਲਦੀਆਂ ਨੇ, ਉਹੀ ਦਵਾਈਆਂ ਜਿਹੜੀਆਂ ਨੇ ਫਰੰਟ ਲਾਈਨ ਵਾਰੀਅਰ ਨੂੰ ਮਿਲਦੀਆਂ ਨੇ। ਇਹਦੇ ਨਾਲ ਇੱਕ ਤਰੀਕੇ ਨਾਲ ਗੁੱਡਵਿਲ ਬਣਦੀ ਆ ਔਰ ਇੱਕ ਮੋਰਾਲ ਬੂਸਟ ਹੁੰਦਾ ਹੈ ਜਦੋਂ ਤੁਹਾਡਾ ਲੀਡਰ ਤੁਹਾਡੇ ਨਾਲ ਬੈਠ ਕੇ ਗੱਲਬਾਤ ਕਰਦਾ ਹੋਵੇ, ਤੁਹਾਨੂੰ ਲੱਗਦਾ ਕਿ ਉਹ ਆਪਣਾ ਆ, ਕਿਉਂਕਿ ਬਈ ਇਹ ਟੀਕਾ ਮੇਰੇ ਲੱਗਣਾ, ਇਹ ਟੀਕਾ ਉਹਦੇ ਲੱਗਣਾ, ਕੋਈ ਸਪੈਸ਼ਲ ਟ੍ਰੀਟਮੈਂਟ ਨਹੀਂ ਹੈਗਾ। ਸੋ ਵਾਕਈ ਜਿਹੜਾ ਟੀਕਾਕਰਨ ਆਪਾਂ ਗੱਲ ਕਰੀਏ ਕਿ ਸਭ ਤੋਂ ਪਹਿਲਾਂ ਵਰਲਡ ਦੇ ਵਿੱਚ UK ਦੇ ਵਿੱਚ ਸ਼ੁਰੂ ਹੋਇਆ, ਐਂਡ ਪਹਿਲੇ ਹਫ਼ਤੇ ਦੇ ਵਿੱਚ ਹੀ 1,40,000 ਜਿਹੜੇ ਲੋਕਾਂ ਨੇ
ਜਿਹੜਾ ਟੀਕਾ ਹੈ ਉਹ ਲਗਵਾ ਲਿਆ। ਐਂਡ ਬਾਕੀ ਜਿਵੇਂ ਮੈਂ ਕਿਹਾ, ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਉਮੀਦ ਦੀ ਕਿਰਨ ਜਿਹੜੀ ਹੈ ਦੁਨੀਆ ਦੇ ਹਰ ਕੋਨੇ ਵਿੱਚ ਪਹੁੰਚ ਚੁੱਕੀ ਹੈ। ਹਰ ਕੋਈ ਉਮੀਦ ਕਰ ਰਿਹਾ ਕਿ ਹਾਂ ਬਈ ਜਲਦੀ ਉਹਨਾਂ ਨੂੰ ਟੀਕਾ ਲੱਗੇਗਾ ਐਂਡ ਇੱਕ ਵਾਰ ਫੇਰ ਹਨਾ, ਵੈਸੇ ਤਾਂ ਹਲੇ ਵੀ ਜੀ ਰਹੇ ਨੇ, ਹਲੇ ਵੀ ਸਾਰੇ ਕੰਮ ਹੋ ਰਹੇ ਨੇ, ਬਟ ਫੇਰ ਵੀ ਇੱਕ ਡਰ ਰਹਿੰਦਾ ਹੈ ਕਿਉਂਕਿ ਜਦੋਂ ਵੀ ਆਪਾਂ ਸੁਸਾਇਟੀ 'ਚ ਜਾਂਦੇ ਹਾਂ, ਕਿਸੇ ਦੇ ਮੂੰਹ ਤੇ ਮਾਸਕ ਪਾਇਆ ਵੇਖ ਲੈਂਦੇ ਆ, ਫਿਰ ਯਾਦ ਆਉਂਦਾ ਉਹ ਅੱਛਾ ਮੈਂ ਵੀ ਪਾਇਆ ਮੂੰਹ ਤੇ ਮਾਸਕ, ਹਨਾ। ਸੋਸ਼ਲ ਡਿਸਟੈਂਸਿੰਗ ਫੋਲੋ ਕਰਨੀ ਆ, ਹੱਥ ਧੋਣੇ ਆ, ਕਾਫੀ ਗੱਲਾਂ, ਕਾਫੀ ਖਿਆਲ ਰੱਖਣਾ ਪੈਂਦਾ। ਸ਼ਾਇਦ ਅਸੀਂ ਪਹਿਲਾਂ ਵਾਂਗੂ ਬੇਫਿਕਰੇ ਐਂਡ ਬਿਲਕੁਲ ਖੁੱਲ੍ਹ ਕੇ ਜਿਹੜਾ ਜ਼ਿੰਦਗੀ ਆਪਣੀ ਹੈ ਬਤੀਤ ਕਰ ਸਕਾਂਗੇ। ਵਾਕਈ ਉਮੀਦ ਤੇ ਦੁਨੀਆ ਕਾਇਮ ਹੈ, ਔਰ ਜੇ ਉਮੀਦ ਨਾ ਹੋਵੇ ਤਾਂ ਸ਼ਾਇਦ ਦੂਸਰਾ ਦਿਨ ਚੜ੍ਹਦਾ ਵੀ ਨਹੀਂ ਹੈ। ਇਸੇ ਹੀ ਉਮੀਦ ਦੇ ਨਾਲ ਅਸੀਂ ਅੱਜ ਦਾ ਅਖਬਾਰਨਾਮਾ ਇੱਥੇ ਖਤਮ ਕਰਦੇ ਹਾਂ ਕਿ ਕਿਸਾਨ ਸੰਘਰਸ਼ ਜਿਹੜਾ ਹੈ ਉਹ ਆਪਣੀਆਂ ਜਿੱਤ ਦੀਆਂ ਪੈੜਾਂ ਜਿਹੜਾ ਹੈ ਜਲਦੀ ਲੈ ਕੇ ਪਰਤੇਗਾ। ਦੇਖਦੇ ਰਹੋ ਪੰਜਾਬ ਮੇਲ USA TV। ਧੰਨਵਾਦ।